ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਸਾਹਿਬ ਜੀ। ਚੌਹਾਂ ਬੇਦਾਂ ਕੇ ਧਰਮ ਮਥ, ਖਟ ਸ਼ਾਸਤਰ ਮਥ ਰਿਖ ਸੁਣਾਵੈ। ਬ੍ਰਹਮਾਦਿਕ ਸਨਕਾਦਿਕਾ, ਜਿਉ ਤਿਹ ਕਹਾ ਤਿਵੈ ਜਗ ਗਾਵੈ। ਗਾਵਨ ਪੜਨ ਵਿਚਾਰ ਬਹੁ, ਕੋਟ ਮਧੈ ਵਿਰਲਾ ਗਤ ਪਾਵੈ। ਇਹ ਅਚਰਜ ਮਨ ਆਮਦੀ, ਪੜਤ ਗੁਣਤ ਕਛ ਭੇਦ ਨਾ ਪਾਵੈ। ਜੁਗ ਜੁਗ ਇੱਕੋ ਵਰਨ ਹੈ, ਕਲ ਜੁਗ ਕਿਉ ਬਹੁਤੇ ਦਿਖਲਾਵੈ। ਜੰਦਰੇ ਵੱਜੇ ਤ੍ਰਿਹੁ ਜੁਗੀ, ਕਥ ਪੜ ਰਹੈ ਭਰਮ ਨਹਿ ਜਾਵੈ। ਜਿਉ ਕਰ ਕਥਿਆ ਚਾਰ ਬੇਦ, ਖਟ ਸ਼ਾਸਤਰ ਸੰਗ ਸਾਖ ਸੁਣਾਵੈ। ਆਪੋ ਆਪਣੇ ਮਤ ਸਭ ਗਾਵੈ, ਆਪੋ ਆਪਣੇ ਮਤ ਸਭ ਗਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗਰੀਬ ਨਵਾਜ ਸ਼ਹਿਨਸ਼ਾਹ ਪਾਤਸ਼ਾਹ ਧੰਨ ਹਜ਼ੂਰ ਦਾਤਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਕਿਰਪਾ ਰਹਿਮਤ ਦੇ ਸਦਕਾ, ਜੋ ਗੁਰੂ ਕੇ ਪਿਆਰੇ ਸੇਵਕ ਭਾਈ ਗੁਰਦਾਸ ਜੀ ਦੀ ਪਾਵਨ ਰਚਨਾ, ਭਾਈ ਗੁਰਦਾਸ ਜੀ ਦੀਆਂ ਪਾਵਨ ਵਾਰਾਂ ਦੀ ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੋਈ ਹੈ। ਪਿਛਲੇ ਦਿਨੀ 7 ਪੌੜੀਆਂ ਆਪਾਂ ਸਰਵਣ ਕੀਤੀਆਂ ਨੇ। ਅੱਜ 8ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਜੋ ਆਸੀਸਾਂ ਦੇ ਕਰਕੇ ਗੁਰਮਤਿ ਦੀ ਸੋਝੀ ਦੇਵਣਗੇ, ਆਓ ਇਸ ਪਾਵਨ ਵਾਰ ਦੀ 8ਵੀਂ ਪੌੜੀ ਦੀ ਵਿਚਾਰ ਪ੍ਰਾਰੰਭ ਕਰੀਏ। ਅਰਦਾਸ ਕਰੋ, ਸਾਹਿਬ ਜੀ ਤਰਸ ਕਰਿਓ, ਇਕਾਗਰਤਾ ਦੀ ਦਾਤ ਬਖਸ਼ ਕੇ ਆਪਣੇ ਪਿਆਰੇ ਸੇਵਕ ਦੀ ਇਸ ਪਿਆਰੀ ਭਾਵਨਾ ਭਰੀ ਰਚਨਾ ਦੀ ਬੜੀ ਸ਼ਰਧਾ ਇਕਾਗਰਤਾ ਨਾਲ ਵਿਚਾਰ ਕਰਨ ਦੀ ਦਾਤ ਬਖਸ਼ਿਓ। ਜਿਤਨੇ ਸਰਵਣ ਕਰ ਰਹੇ ਹੋ, ਆਓ ਸਾਹਿਬ ਦੀ ਅਸੀਸ ਲਓ, ਪਿਆਰ ਸਹਿਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਚੌਹਾਂ ਵੇਦਾਂ ਕੇ ਧਰਮ ਮਥ, ਖਟ ਸ਼ਾਸਤਰ ਮਥ ਰਿਖ ਸੁਣਾਵੈ। ਸੋ ਇਸ 8ਵੀਂ ਪੌੜੀ ਦੇ ਅੰਦਰ ਪਹਿਲੀ ਵਾਰ ਦੀ 8ਵੀਂ ਪੌੜੀ ਪ੍ਰਾਰੰਭ ਹੋਈ ਹੈ। ਪਿਛਲੀਆਂ ਪੌੜੀਆਂ ਦੇ ਅੰਦਰ 4 ਯੁੱਗਾਂ ਦਾ ਵਰਣਨ ਭਾਈ ਸਾਹਿਬ ਨੇ ਬੜੀ ਸੋਹਣੇ ਵਿਸਤਾਰ ਦੇ ਨਾਲ, ਬੜੀ ਗੁਰਮਤਿ ਦੀ ਸੋਝੀ ਦੇ ਕਰਕੇ ਸਾਨੂੰ ਦੱਸਿਆ। ਸੋ ਅੱਜ ਇਸ ਪਾਵਨ ਵਾਰ ਦੀ 8ਵੀਂ ਪੌੜੀ 'ਚ ਦੱਸਦੇ ਨੇ 4 ਵੇਦਾਂ ਦੇ 4 ਵੱਖਰੇ ਰੂਪ ਸਨ, ਉਹਨਾਂ ਦੇ ਵੱਖਰੇ ਵੱਖਰੇ ਯੁੱਗ ਸਨ, ਪਰ 4 ਵੇਦਾਂ ਨੂੰ ਮਥਨ ਕਰਨ ਤੋਂ ਬਾਅਦ ਚੌਹਾਂ ਵੇਦਾਂ ਕੇ ਧਰਮ ਮਥ, 4 ਵੇਦਾਂ ਨੂੰ ਮਥਨ ਕਰਕੇ, ਮਥਨ ਦਾ ਅਰਥ ਹੈ ਰਿੜਕਣਾ, ਅਤੇ ਰਿੜਕਣ ਦਾ ਅਰਥ ਹੈ ਵਿਚਾਰ ਕਰਨਾ, ਤੱਤ ਸਾਰ ਕੱਢਣਾ। ਸੋ ਇਸ ਤਰ੍ਹਾਂ 4 ਵੇਦਾਂ ਨੂੰ ਮੰਥਨ ਕਰਕੇ, ਉਹਨਾਂ ਨੂੰ ਵਿਚਾਰ ਕਰਕੇ, ਉਹਨਾਂ ਦੇ ਵਿੱਚੋਂ ਤੱਤ ਸਾਰ ਕੱਢ ਕੇ ਖਟ ਸ਼ਾਸਤਰ ਮਥ ਰਿਖ ਸੁਣਾਵੈ। ਸੋ ਇਸ ਤਰ੍ਹਾਂ ਬਿਆਸ ਰਿਖੀ ਨੇ 6 ਸ਼ਾਸਤਰ ਜਿਹੜੇ ਨੇ ਉਹ ਸੁਣਾਏ ਹਨ। ਭਾਵ ਕਿ 6 ਸ਼ਾਸਤਰ ਜਿਹੜੇ ਨੇ ਉਹ 4 ਵੇਦਾਂ ਦੇ ਵਿੱਚੋਂ ਕੱਢੇ ਗਏ, ਕਿਉਂਕਿ ਵੇਦਾਂ ਦਾ ਆਕਾਰ ਵਿਸਥਾਰ ਬਹੁਤ ਜ਼ਿਆਦਾ ਸੀ, ਤਾਂ ਹਰ ਇੱਕ ਮਨੁੱਖ ਜਿਹੜਾ ਸੀ ਉਹਨਾਂ ਵੇਦਾਂ ਨੂੰ ਇੰਨੇ ਵਿਸਥਾਰ ਦੇ ਵਿੱਚ ਜਾ ਕਰਕੇ ਪੜ੍ਹ ਨਹੀਂ ਸੀ ਸਕਦਾ। ਸੋ ਇਸ ਤਰ੍ਹਾਂ ਵੇਦ ਵਿਆਸ ਜੀ ਨੇ ਬਹੁਤ ਵੱਡਾ ਉਪਕਾਰ ਕੀਤਾ ਉਸ ਸਮਾਜ 'ਤੇ। ਉਹਨਾਂ ਨੇ 4 ਵੇਦਾਂ ਦੇ ਵਿੱਚੋਂ ਜੋ ਨਿਚੋੜ ਸੀ, ਜੋ ਤੱਤ ਸਾਰਾਂਸ਼ ਸੀ, ਉਹਨੂੰ ਕੱਢ ਕੇ 6 ਸ਼ਾਸਤਰ ਜਿਹੜੇ ਨੇ ਉਹਨਾਂ ਦੇ ਵਿੱਚ ਉਹ ਸਾਰਾ ਸਿਧਾਂਤ ਵੇਦਾਂ ਦਾ ਜਿਹੜਾ ਉਹ ਸੁਣਾਉਣਾ ਕੀਤਾ। ਬ੍ਰਹਮਾਦਿਕ ਸਨਕਾਦਿਕਾ, ਜਿਉ ਤਿਹ ਕਹਾ ਤਿਵੈ ਜਗ ਗਾਵੈ। ਫਿਰ ਬ੍ਰਹਮਾਦਿਕ ਦੇਵਤੇ, ਬ੍ਰਹਮਾ ਆਦਿਕ ਭਾਵ ਕਿ ਬ੍ਰਹਮਾ ਦੇ ਸਮੇਤ ਹੋਰ ਵੀ ਜਿਤਨੇ ਦੇਵਤੇ, ਫਿਰ ਬ੍ਰਹਮਾ ਦੇ ਸਮੇਤ ਬ੍ਰਹਮਾ ਦੇ 4 ਪੁੱਤਰ ਜਿਹੜੇ ਨੇ ਸਨਕ, ਸਨੰਦ, ਸਨਾਤਨ, ਸਨਤ ਕੁਮਾਰ,
ਇਹਨਾਂ ਚਾਰਾਂ ਨੇ ਜਿਸ ਤਰ੍ਹਾਂ ਸੰਸਾਰ ਨੂੰ ਕਹਿ ਦਿੱਤਾ, ਕਿਉਂਕਿ 4 ਵੇਦ ਬ੍ਰਹਮਾ ਨੇ ਉਚਾਰਨ ਕੀਤੇ ਸਨ, ਸੋ ਜਿਸ ਤਰ੍ਹਾਂ ਸੰਸਾਰ ਨੂੰ ਬ੍ਰਹਮਾ ਨੇ ਉਪਦੇਸ਼ ਦੇ ਦਿੱਤਾ, ਸਿਧਾਂਤ ਦੱਸ ਦਿੱਤੇ, ਤਤਸਾਰ ਆਪਣਾ ਜਿਹੜਾ ਸੀ ਉਹ ਬ੍ਰਹਮ ਦਾ ਦੇ ਦਿੱਤਾ। ਅੱਗੇ ਉਹਦੇ ਪੁੱਤਰਾਂ ਨੇ ਵੀ ਉਸੇ ਤਰ੍ਹਾਂ ਸੰਸਾਰ ਨੂੰ ਉਪਦੇਸ਼ ਦਿੱਤਾ, ਹੋਰ ਵੀ ਦੇਵਤਿਆਂ ਨੇ ਉਪਦੇਸ਼ ਦਿੱਤਾ। ਤਾਂ ਭਾਈ ਸਾਹਿਬ ਜੀ ਕਹਿੰਦੇ, ਜਿਉਂ ਤਿਹ ਕਹਾ ਤਿਵੈ ਜਗ ਗਾਵੈ। ਸੰਸਾਰ ਜਿਹੜਾ ਹੈ ਉਹ ਲਕੀਰ ਦਾ ਫਕੀਰ ਬਣਿਆ ਸੀ, ਅਤੇ ਜਿਸ ਤਰ੍ਹਾਂ ਉਹਨਾਂ ਨੇ ਵੇਦਾਂ ਵਿੱਚ ਕਹਿ ਦਿੱਤਾ ਉਵੇਂ ਹੀ ਸੰਸਾਰ ਜਿਹੜਾ ਸੀ ਉਹ ਉਸੇ ਭਾਂਤ ਦੇ ਨਾਲ ਜਗਤ ਜਿਹੜਾ ਸੀ ਉਹ ਗਾਉਂਦਾ ਪਿਆ ਸੀਗਾ। ਗਾਵਨ ਪੜਨ ਵਿਚਾਰ ਬਹੁ ਕੋਟ ਮਧੈ ਵਿਰਲਾ ਗਤ ਪਾਵੈ। ਪਰ ਉਹਨਾਂ ਵੇਦਾਂ ਸ਼ਾਸਤਰਾਂ ਨੂੰ ਬਹੁਤ ਲੋਕ ਜਿਹੜੇ ਗਾਉਂਦੇ ਵੀ ਸਨ, ਉਹਨਾਂ ਨੂੰ ਪੜ੍ਹਦੇ ਵੀ ਸਨ, ਫਿਰ ਉਹਨਾਂ ਦਾ ਵਿਚਾਰ ਵੀ ਕਰਦੇ ਸਨ। ਪਰ ਇਹ ਬਹੁਤੇ ਲੋਕ ਜਿਹੜੇ ਸਿਰਫ ਬਾਹਰੇ ਇਸ ਵਿਚਾਰ ਤੱਕ ਸੀਮਿਤ ਰਹਿ ਗਏ। ਬਾਹਰੋਂ ਹੀ ਵੇਦਾਂ ਨੂੰ ਉਹਨਾਂ ਨੇ ਗਾਇਆ, ਜੀਵਨ ਦੇ ਗੁਜ਼ਾਰਨ ਵਾਸਤੇ ਕਹਿ ਲਓ, ਰੋਜੀ ਰੋਟੀ ਵਾਸਤੇ। ਜੇ ਪੜ੍ਹਿਆ ਵੀ ਪੜ੍ਹਾਇਆ ਵੀ, ਦੋਨੋਂ ਕੰਮ ਕੀਤੇ, ਤਾਂ ਪੜ੍ਹਨ ਵਾਲਿਆਂ ਨੇ ਵੀ ਇਸ ਕਰਕੇ ਪੜ੍ਹਿਆ ਕਿ ਅਸੀਂ ਪੜ੍ਹ ਕੇ ਅਗਾਂਹ ਪ੍ਰਚਾਰ ਕਰਾਂਗੇ, 4 ਮਾਇਆ ਦੇ ਟਕੇ ਆਉਣਗੇ, ਜੀਵਨ ਦਾ ਗੁਜ਼ਾਰਾ ਚੱਲੇਗਾ। ਪੜ੍ਹਾਉਣ ਵਾਲਿਆਂ ਨੇ ਵੀ ਇਸ ਕਰਕੇ ਪੜ੍ਹਾਇਆ ਤਾਂ ਕਿ ਵਿਦਿਆਰਥੀਆਂ ਤੋਂ ਅਤੇ ਸਮਾਜ ਤੋਂ ਮਾਇਆ ਮਿਲ ਸਕੇ। ਸੋ ਵਿਚਾਰ ਵੀ ਜੇ ਕੀਤਾ ਗਿਆ, ਆਪਸ ਦੇ ਵਿੱਚ ਵਿਚਾਰ ਕੀਤਾ ਗਿਆ, ਤਾਂ ਉਹ ਵੀ ਆਪਣੀ ਸ਼ੋਭਾ ਵਧਾਉਣ ਵਾਸਤੇ, ਕਿ ਜਦੋਂ ਇੱਕ ਦੂਜੇ ਨਾਲ ਵਿਚਾਰ ਕਰਨਾ, ਜਿਹੜਾ ਜਿੱਤ ਜਾਂਦਾ ਸੀ ਉਹਦੀ ਵਾਹ ਵਾਹ ਹੋ ਜਾਂਦੀ ਸੀ। ਬੜੇ ਇਤਿਹਾਸ ਦੇ ਅੰਦਰ ਐਸੇ ਪ੍ਰਮਾਣ, ਫਿਰ ਸੰਸਾਰ 'ਤੇ ਘਟਨਾਵਾਂ ਕਹਾਣੀਆਂ ਬੜੀਆਂ ਐਸੀਆਂ ਜਿੱਥੇ ਕੋਈ ਪੰਡਤ ਆਪਣੇ ਗ੍ਰੰਥ ਊਠਾਂ 'ਤੇ ਲੱਦ ਕੇ ਤੁਰ ਪਿਆ, ਕੋਈ ਬਲਦਾਂ ਦੇ ਉੱਤੇ ਲੱਦ ਕੇ ਤੁਰ ਪਿਆ, ਕੋਈ ਕਿਸੇ ਪ੍ਰਕਾਰ ਸੰਸਾਰ ਦੇ ਵਿੱਚ ਚਰਚਾ ਕਰਕੇ ਲੋਕਾਂ ਨੂੰ ਜਿੱਤਣ ਵਾਸਤੇ ਤੁਰ ਪਿਆ। ਇਸੇ ਲਈ ਆਸਾ ਕੀ ਵਾਰਿੰਦਰ ਸਾਹਿਬ ਜੀ ਨੇ ਤਾਂ ਕਿਹਾ, ਪੜ੍ਹ ਪੜ੍ਹ ਗੱਡੀ ਲੱਦੀ ਇਹ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਐ ਜੇਤੇ ਬਰਸ ਬਰਸ, ਪੜ੍ਹੀਐ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਸ। ਸਾਹਿਬ ਜੀ ਸਾਰਿਆਂ ਦੇ ਪੜ੍ਹਨ ਦੀ ਗੱਲ ਕਰਨ ਉਪਰੰਤ ਅਖੀਰ ਸਿਧਾਂਤ ਦੇ ਕਰਕੇ ਕਹਿੰਦੇ, ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਲੇਖੇ ਦੇ ਵਿੱਚ ਕੇਵਲ ਇੱਕ ਗੱਲ ਪੈਣੀ ਹੈ। ਸੋ ਇੱਥੇ ਭਾਈ ਸਾਹਿਬ ਜੀ ਜ਼ਿਕਰ ਕਰਦੇ ਨੇ, ਉਹਨਾਂ ਵੇਦਾਂ ਨੂੰ ਗਾਵਣ ਵਾਲੇ, ਪੜ੍ਹਨ ਵਾਲੇ ਜਿਹੜੇ ਸਨ ਉਹ ਬਹੁਤ ਸਨ, ਪਰ ਦੁਖਾਂਤ ਇਹ ਸੀ, ਕੋਟ ਮਧੈ ਵਿਰਲਾਗਤ ਪਾਵੈ। ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਸੀ ਜਿਹੜਾ ਉਸ ਮੋਕਸ਼ ਦੀ ਗਤੀ ਨੂੰ ਪ੍ਰਾਪਤ ਕਰਦਾ ਸੀ। ਜਿੰਝ ਕਹਿ ਦਈਏ, ਵੇਦਾਂ ਦੇ ਅੰਦਰ ਜੋ ਪਿੱਛੇ ਵੀ ਜ਼ਿਕਰ ਆਇਆ, ਸੋਹੰ ਬ੍ਰਹਮ, ਕਿ ਉਹ ਜੋ ਪਰਮਾਤਮਾ ਬ੍ਰਹਮ ਸਰੂਪ ਹੈ, ਹੰ, ਮੈਂ ਹੀ ਉਹ ਪਰਮਾਤਮਾ ਦਾ ਬ੍ਰਹਮ ਸਰੂਪ ਜੀਵ ਹਾਂ। ਸੋ ਇਸ ਤਰ੍ਹਾਂ ਇਸ ਗੱਲ ਨੂੰ ਵੀ ਕੋਈ ਵਿਰਲਾ ਸਮਝਦਾ ਸੀ, ਨਹੀਂ ਤਾਂ ਅਹਮ ਬ੍ਰਹਮ ਦਾ ਰਟਣ ਤੇ ਸਾਰਿਆਂ ਨੇ ਲਾਇਆ ਸੀ, ਪਰ ਇਸ ਅਵਸਥਾ ਤੱਕ ਕੋਈ ਵਿਰਲਾ ਪਹੁੰਚਦਾ ਸੀ। ਹਾਲਾਂਕਿ ਇਹ ਅਵਸਥਾ ਜਿਹੜੀ ਹੈ ਇਹ ਬਹੁਤ ਨੀਵੇਂ ਪੱਖ ਦੇ ਵਿੱਚ ਆ ਜਾਂਦੀ, ਕਿਉਂਕਿ ਇਹਦੇ 'ਚ ਹੰਕਾਰ ਪੈਦਾ ਹੋ ਜਾਂਦਾ ਕਿ ਮੈਂ ਬ੍ਰਹਮ ਹਾਂ। ਗੁਰਮਤਿ ਦੇ ਅੰਦਰ ਜਿਸ ਦਿਨ ਕੋਈ ਬੰਦਗੀ ਕਰਦਿਆਂ ਕਰਦਿਆਂ ਉਹਦੇ ਅੰਦਰ ਅਭੇਦ ਹੋ ਜਾਂਦਾ ਹੈ, ਉਹ ਕਦੀ ਇਹ ਨਹੀਂ ਕਹਿੰਦਾ ਹੁਣ ਮੈਂ ਰੱਬ ਹੋ ਗਿਆ, ਮੈਂ ਪਰਮਾਤਮਾ ਹੋ ਗਿਆ। ਉਹ ਤਾਂ ਫਿਰ ਵੀ ਦੇਖੋ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਪੜ੍ਹੀਏ, ਉਹ ਪਰਮਾਤਮਾ ਦਾ ਸਰੂਪ ਹੋ ਕਰਕੇ ਵੀ ਨਿਰਗੁਣ ਤੇ ਸਰਗੁਣ ਥੀਆ, ਨਾਨਕ ਆਪੇ ਆਪ ਪਰਮਾਤਮ ਸਰੂਪ ਹੋ ਕਰਕੇ ਵੀ ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਦਾਸ ਕਹਿੰਦੇ ਨੇ। ਇੱਥੋਂ ਤੱਕ ਬਚਨ ਕਹਿ ਦਿੰਦੇ ਨੇ ਕਿ ਮੈਂ ਨੀਚਾਂ ਤੋਂ ਵੀ ਨੀਚ ਹਾਂ, ਮੈਂ ਬਹੁਤ ਜ਼ਿਆਦਾ ਨਿਮਰਤਾ ਦੇ ਵਿੱਚ ਹਾਂ, ਦਾਸਾ ਭਾਵ, ਕਿਤੇ ਚਾਕਰ, ਕਿਤੇ ਸੇਵਾਦਾਰ, ਕਿਤੇ ਇੱਥੋਂ ਤੱਕ ਬਚਨ ਕਿ ਜਿਹੜੇ ਨੀਚ ਪੁਰਖ ਹਨ ਅਸੀਂ ਉਹਨਾਂ ਦੇ ਵਿੱਚ ਵਸਣ ਵਾਲੇ ਹਾਂ। ਸੋ ਇਸੇ ਤਰ੍ਹਾਂ ਭਾਈ ਸਾਹਿਬ ਜੀ ਇੱਥੇ ਕਹਿੰਦੇ, ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੈ ਜਿਹੜਾ ਉਸ ਗਤੀ ਨੂੰ, ਈਸ਼ਵਰੀ ਗਤੀ ਨੂੰ ਜਿਹੜਾ ਹੈ ਪ੍ਰਾਪਤ ਕਰਦਾ ਹੈ। ਇਹ ਅਚਰਜ ਮਨ ਆਮਦੀ, ਪੜਤ ਗੁਣਤ ਕਛ ਭੇਦ ਨਾ ਪਾਵੈ। ਇਹ ਮਨ ਦੇ ਵਿੱਚ ਇਹ ਅਚਰਜ ਗੱਲ ਜਿਹੜੀ ਉਹ ਬੜੀ ਆਉਂਦੀ ਹੈ, ਵਾਰ-ਵਾਰ ਆਉਂਦੀ ਹੈ ਕਿ ਪੜਤ ਗੁਣਤ ਕਛ ਭੇਦ ਨਾ ਪਾਵੈ। ਪੜ੍ਹਦਿਆਂ ਵਿਚਾਰਦਿਆਂ ਕੁਛ ਵੀ ਭੇਦ ਜਿਹੜਾ ਉਹਦਾ ਲਖਿਆ ਨਹੀਂ ਜਾਂਦਾ ਪਰਮਾਤਮਾ ਦਾ। ਪੜ੍ਹਿਆ ਵੀ ਉਹਦੇ ਬਾਰੇ ਬਹੁਤ, ਪੜ੍ਹਾਇਆ ਵੀ ਬਹੁਤ, ਵਿਚਾਰਿਆ ਵੀ ਉਹਦੇ ਬਾਰੇ ਬਹੁਤ, ਪਰ ਭਾਈ ਸਾਹਿਬ ਜੀ ਕਹਿੰਦੇ ਇਹ ਬੜੀ ਅਚਰਜਤਾ ਨਾਲ ਭਰੀ ਹੋਈ ਗੱਲ ਹੈ ਕਿ ਇੰਨਾ ਪੜ੍ਹ ਪੜ੍ਹਾ ਕੇ ਵੀ ਉਹਦੇ ਬਾਰੇ ਕੋਈ ਰਹੱਸ, ਕੋਈ ਰਮਜ, ਉਹਦਾ ਕੋਈ ਭੇਦ, ਉਹਦੀ ਕੋਈ ਗੱਲਬਾਤ ਹਾਲੇ ਸਮਝ ਨਹੀਂ ਆ ਰਹੀ ਹੈ। ਜੁਗ ਜੁਗ ਇੱਕੋ ਵਰਨ ਹੈ,
ਕਲਯੁਗ ਕਿਉਂ ਬਹੁਤੇ ਦਿਖਲਾਵੈ। ਹੁਣ ਇੱਥੇ ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਖੱਟ ਸ਼ਾਸਤਰਾਂ ਨੂੰ ਪ੍ਰਚਲਿਤ ਭਰੋਸੇ ਕਿਵੇਂ ਮੰਨਦੇ ਸਨ ਲੋਕ। ਭਾਵ ਕਿ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਪ੍ਰਚਲਿਤ ਇੱਕ ਭਰੋਸਾ ਵੱਜ ਗਿਆ ਸੀਗਾ, ਉਹ ਕਿਸ ਤਰ੍ਹਾਂ ਮੰਨਦੇ। ਇਹਨਾਂ ਤੁਕਾਂ 'ਚ ਕਹਿੰਦੇ ਵੀ ਚਾਰਾਂ ਯੁੱਗਾਂ ਦੇ ਵਿੱਚ ਇੱਕੋ ਵਰਣ ਸੀ ਪਰਮਾਤਮਾ ਦਾ। ਪਿਛਲੀਆਂ ਪੌੜੀਆਂ ਵੀ ਆਪ ਜੀ ਨੂੰ ਕੰਠ ਹੋਵਣਗੀਆਂ, ਪਿੱਛੇ ਵੀ ਇਹ ਸ਼ਬਦ ਕਿਹਾ ਗਿਆ ਕਿ ਚਾਰ ਯੁੱਗ ਸਨ ਅਤੇ ਚਾਰਾਂ ਯੁੱਗਾਂ ਦੇ ਵਿੱਚ ਇੱਕ ਵਰਨ ਕਰ। ਪਰਮਾਤਮਾ ਇੱਕ ਰੂਪ ਦੇ ਵਿੱਚ ਉਹ ਪਹਿਲਾਂ ਵੀ ਸੀ ਚਾਰਾਂ ਯੁੱਗਾਂ 'ਚ, ਅੱਜ ਵੀ ਉਹ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ, ਅੱਜ ਵੀ ਇੱਕ ਹੈ, ਬਾਅਦ ਵਿੱਚ ਵੀ ਇੱਕ ਰਹੇਗਾ। ਪਰ ਇਹ ਕਲਯੁੱਗ ਦੇ ਵਿੱਚ ਪਤਾ ਨਹੀਂ ਮਨੁੱਖੀ ਮਨਾਂ ਨੂੰ ਕੀ ਹੋ ਗਿਆ, ਜਾਂ ਕਲਯੁੱਗ ਦੇ ਲੋਕ ਜਿਹੜੇ ਇਹਨਾਂ ਦੀ ਕੀ ਐਸੀ ਅਗਿਆਨਤਾ ਆਈ ਕਿ ਉਹ ਸ਼ਬਦ ਇੱਕ ਪ੍ਰਸ਼ਨਵਾਚਕ ਸ਼ਬਦ ਵੀ ਜਿਵੇਂ ਇਹਨੂੰ ਕਹਿ ਦਈਏ। ਭਾਈ ਸਾਹਿਬ ਕਹਿੰਦੇ ਕਲਯੁੱਗ ਕਿਉਂ ਬਹੁਤੇ ਦਿਖਲਾਵੈ। ਤਿੰਨਾਂ ਯੁੱਗਾਂ ਦੇ ਵਿੱਚ ਪਰਮਾਤਮਾ ਇੱਕ ਕਿਹਾ ਗਿਆ, ਪਰ ਇਹ ਕਲਯੁੱਗ ਦੇ ਵਿੱਚ ਇਹ ਕਲਯੁਗੀ ਲੋਕ ਉਹਨੂੰ ਬਾਹਲੇ ਰੂਪਾਂ ਦੇ ਵਿੱਚ ਕਿਉਂ ਦੱਸਦੇ ਨੇ। ਕੋਈ ਕਹਿੰਦਾ ਉਹਦਾ ਫਲਾਣਾ ਰੂਪ ਹੈ, ਕੋਈ ਉਹਨੂੰ ਕਿਸੇ ਅਵਤਾਰ ਦੇ ਵਿੱਚ ਮੰਨਦਾ ਹੈ, ਕੋਈ ਉਹਨੂੰ ਕਿਸੇ ਰੂਪ ਦੇ ਵਿੱਚ ਮੰਨਦਾ ਹੈ। ਇੰਨੇ ਕੁ ਰੂਪ ਸੰਸਾਰ ਦੇ ਉੱਤੇ ਮਨੁੱਖਾਂ ਨੇ ਉਹਦੇ ਕੱਢ ਦਿੱਤੇ ਨੇ, ਇੰਨੇ ਕੁ ਰੂਪਾਂ ਦੀ ਉਹਦੀ ਵਿਆਖਿਆ ਕਰ ਦਿੱਤੀ ਹੈ ਕਿ ਆਮ ਮਨੁੱਖ ਦੀ ਸਮਝ ਤੋਂ ਬਾਹਰ ਹੋਇਆ ਪਿਆ ਵੀ ਉਹਦਾ ਅਸਲੀ ਰੂਪ ਹੈ ਕਿਹੜਾ ਹੈ। ਸੋ ਕਲਯੁੱਗ ਦੇ ਅੰਦਰ ਇਹ ਕਹਾਣੀ ਐਸੀ ਬਣ ਗਈ ਕਿ ਮਨੁੱਖ ਜਿਹੜੇ ਉਹਨੂੰ ਬਹੁਤ ਰੂਪਾਂ ਦੇ ਵਿੱਚ ਵਰਣਨ ਕਰਦੇ ਨੇ। ਜੰਦਰੇ ਵੱਜੇ ਤ੍ਰਿਹੁ ਜੁਗੀ ਕਥ ਪੜ੍ਹ ਰਹਿ ਭਰਮ ਨਹਿ ਜਾਵੈ। ਹੁਣ ਤ੍ਰਿਹੁ ਜੁਗੀ ਜਿਹੜੇ ਪਿਛਲੇ ਤਿੰਨ ਯੁੱਗ ਸਨ, ਜਿਸ ਦੇ ਅੰਦਰ ਤ੍ਰੇਤਾ ਦੁਆਪਰ, ਉਸ ਤੋਂ ਬਾਅਦ ਜਿਹੜਾ ਯੁੱਗ ਸਤਯੁੱਗ ਤ੍ਰੇਤਾ ਦੁਆਪਰ ਵਰਤਿਆ, ਇਹਨਾਂ ਤਿੰਨਾਂ ਯੁੱਗਾਂ ਦੀ ਜਿਹੜੀ ਵਿਚਾਰ ਸੀ, ਇਹਨਾਂ ਤਿੰਨਾਂ ਯੁੱਗਾਂ ਦਾ ਜਿਹੜਾ ਧਰਮ ਸੀ, ਉਹਨਾਂ ਨੂੰ ਤੇ ਜਿੰਦਰੇ ਵੱਜ ਗਏ ਨੇ। ਭਾਵ ਲੋਕਾਂ ਨੇ ਜਿਵੇਂ ਕਿਸੇ ਚੀਜ਼ ਨੂੰ ਤਾਲਾ ਲਾ ਕੇ ਆਪਾਂ ਬੰਦ ਕਰਕੇ ਰੱਖ ਦਈਏ, ਉਹ ਵਿਚਾਰਾਂ, ਉਹ ਫਿਲਾਸਫੀ, ਉਹ ਧਰਮ, ਉਹ ਵਿਖਿਆਨ ਜਿਹੜਾ ਉਹਨੂੰ ਤੇ ਲੋਕਾਂ ਨੇ ਪੜ੍ਹ ਕੇ ਇੱਕ ਪਾਸੇ ਤਾਲਾ ਲਾ ਕੇ ਰੱਖ ਦਿੱਤਾ। ਹੁਣ ਕੀ ਕਰਦੇ ਨੇ ਲੋਕ ਕਿ ਜੰਦਰੇ ਵੱਜੇ ਤ੍ਰਿਹੁ ਜੁਗੀ ਕਥ ਪੜ੍ਹ ਰਹਿ ਭਰਮ ਨਹਿ ਜਾਵੈ। ਹੁਣ ਲੋਕ ਕਥ ਦਾ ਅਰਥ ਹੈ ਵਿਖਿਆਨ ਕਰਨਾ। ਕਲਯੁੱਗ ਦੇ ਅੰਦਰ ਧਰਮ ਗ੍ਰੰਥਾਂ ਨੂੰ ਵਿਖਿਆਨ ਕਰਦੇ ਨੇ, ਫਿਰ ਪੜ੍ਹਦੇ ਵੀ ਨੇ। ਪੜ੍ਹ ਕੇ ਥੱਕ ਗਏ ਨੇ ਲੋਕ, ਪਰ ਹਾਲੇ ਤੱਕ ਕਿਸੇ ਦੇ ਅੰਦਰੋਂ ਭਰਮ ਨਹੀਂ ਗਿਆ, ਸੰਸਾ ਨਹੀਂ ਖਤਮ ਹੋਇਆ ਅੰਦਰੋਂ। ਜਿੰਨਾ ਅੱਜ ਧਰਮ ਨੂੰ ਪੜ੍ਹਿਆ ਜਾ ਰਿਹਾ, ਪ੍ਰਚਾਰਿਆ ਜਾ ਰਿਹਾ, ਕਦੀ ਸੋਚ ਕੇ ਵੇਖੋ ਪਹਿਲੇ ਸਮਿਆਂ ਅੰਦਰ ਨਾ ਕੋਈ ਮੀਡੀਆ ਦਾ ਯੁੱਗ ਸੀ। ਜਿੰਨੇ ਕਿਸੇ ਧਰਮ ਸਥਾਨ 'ਤੇ ਜਾਣਾ, ਉਹਦੇ ਕੰਨੀ ਕੋਈ ਧਰਮ ਦੀ ਗੱਲ ਪੈਂਦੀ ਸੀ। ਅੱਜ ਤੇ ਤੁਰਿਆ ਫਿਰਦਾ ਬੰਦਾ ਦੁਨੀਆ ਦੇ ਕਿਸੇ ਕੋਨੇ 'ਚ ਬੈਠਾ ਹੈ, ਕਿਸੇ ਵੀ ਤਰ੍ਹਾਂ ਕਮਰੇ 'ਚ ਬੈਠਾ ਹੈ, ਘਰੇ ਬੈਠਾ ਹੈ, ਕਿਤੇ ਵੀ ਬੈਠਾ ਹੈ, ਉਹ ਤਾਂ ਵੀ ਧਰਮ ਨੂੰ ਸੁਣਦਾ ਹੈ। ਕੋਈ ਮੋਬਾਈਲ 'ਤੇ ਸੁਣ ਰਿਹਾ, ਕੋਈ ਕਿਸੇ ਸਾਧਨ ਘਰਾਂ 'ਚ ਟੀਵੀਆਂ 'ਚ ਸੁਣ ਰਿਹਾ। ਹਰ ਸਮੇਂ ਇਸ ਧਰਤੀ ਦੇ ਉੱਤੇ ਧਰਮ ਦੀਆਂ ਗੂੰਜਾਂ ਪੈ ਰਹੀਆਂ ਨੇ। ਕਿਤੇ ਵਿਆਖਿਆ ਹੋ ਰਹੀ ਹੈ, ਕਿਤੇ ਕੀਰਤਨ ਹੋ ਰਿਹਾ, ਕਿਤੇ ਗ੍ਰੰਥ ਪੜ੍ਹੇ ਜਾ ਰਹੇ ਨੇ ਧਰਮ ਦੇ, ਕਿਤੇ ਧਰਮ ਦੀਆਂ ਚਰਚਾਵਾਂ ਹੁੰਦੀਆਂ ਨੇ, ਕਿਤੇ ਸਭਾ ਲੱਗੀਆਂ ਪਈਆਂ ਨੇ। ਇੰਝ ਕਹਿ ਦਈਏ ਜਿੰਨਾ ਕੁਛ ਅੱਜ ਧਰਮ ਦੇ ਬਾਰੇ ਹੋ ਰਿਹਾ, ਪਹਿਲਾਂ ਤਾਂ ਬਿਲਕੁਲ ਵੀ ਨਹੀਂ ਸੀ। ਪਰ ਪਹਿਲੇ ਲੋਕਾਂ ਦੇ ਵਿੱਚੋਂ ਭਰਮ ਖਤਮ ਹੋ ਗਿਆ। ਪਰ ਕਲਯੁੱਗ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਬਹੁਤ ਪੜ੍ਹ ਕੇ ਥੱਕ ਗਏ ਨੇ ਉਹਦਾ ਵਿਖਿਆਨ ਕਰਕੇ, ਪਰ ਅੰਦਰੋਂ ਭਰਮ ਜਿਹੜਾ ਹਾਲੇ ਤੱਕ ਕਿਸੇ ਦੇ ਵੀ ਨਹੀਂ ਗਿਆ। ਜਿਉਂ ਕਰ ਕਥਿਆ ਚਾਰ ਵੇਦ ਖਟ ਸ਼ਾਸਤਰ ਸੰਗ ਸਾਖ ਸੁਣਾਵੈ। ਜਿਸ ਤਰ੍ਹਾਂ ਚਾਰਾਂ ਵੇਦਾਂ ਦੇ ਵਿੱਚ ਵਰਣਨ ਕੀਤਾ ਗਿਆ ਸੀ, 6 ਸ਼ਾਸਤਰਾਂ ਦੇ ਨਾਲ ਸਾਂਖ ਵਾਲੇ ਜਿਹੜੇ ਹਨ ਉਹ ਇਸ ਤਰ੍ਹਾਂ ਸੁਣਾਉਂਦੇ ਹਨ। ਸਾਂਖ ਸੁਣਾਵੈ 6 ਸ਼ਾਸਤਰਾਂ ਦੇ ਵਿੱਚੋਂ ਇੱਕ ਸ਼ਾਸਤਰ ਹੈ। ਸੋ ਉਹ ਆਪੋ ਆਪਣੇ ਤਰੀਕੇ ਦੇ ਨਾਲ ਇਸ ਤਰ੍ਹਾਂ ਉਹਦੀ ਬ੍ਰਹਮ ਦੀ ਵਿਆਖਿਆ ਜਿਹੜੀ ਇੰਝ ਕਰਦੇ ਨੇ। ਅਖੀਰ ਭਾਈ ਸਾਹਿਬ ਇੱਕ ਸਿਧਾਂਤ ਦੇ ਕਰਕੇ ਕਹਿੰਦੇ ਆਪੋ ਆਪਣੇ ਮਤ ਸਭ ਗਾਵੈ। ਭਾਵ ਇਸ ਕਲਯੁੱਗ ਦੇ ਅੰਦਰ ਹੁਣ ਕੀ ਹੋਇਆ ਪਿਆ ਕਿ ਹਰ ਕੋਈ ਮਨੁੱਖ ਜਿਹੜਾ ਆਪੋ ਆਪਣਾ ਮਤ ਗਾਉਂਦਾ ਪਿਆ, ਆਪੋ ਆਪਣੇ ਦਿਮਾਗ ਦੀ ਕਾਢ ਜਿਹੜੀ ਹੈ, ਆਪੋ ਆਪਣੇ ਵਿਚਾਰ ਜਿਹੜੇ ਨੇ ਉਹ ਦੂਜੇ ਦੇ ਉੱਤੇ ਥੋਪਦਾ ਹੈ ਕਿ ਇਸ ਤਰ੍ਹਾਂ ਉਹ ਕਹਿੰਦਾ ਮੇਰਾ ਧਰਮ ਚੰਗਾ, ਉਹ ਕਹਿੰਦਾ ਮੇਰਾ ਧਰਮ ਚੰਗਾ। ਹਾਲਾਂਕਿ ਇਹ ਵੀ ਗੱਲ ਹੈ, ਇੱਕ ਧਰਮ ਤੋਂ ਦੂਸਰਾ ਧਰਮ ਹੋਵੇ ਗੱਲ ਵੱਖਰੀ ਹੈ, ਵੀ ਜਿਸ ਤਰ੍ਹਾਂ ਹਿੰਦੂ ਮੁਸਲਮਾਨ ਅਲੱਗ-ਅਲੱਗ ਨੇ, ਪਰ ਹਿੰਦੂ ਧਰਮ ਦੇ ਅੰਦਰ ਹੀ ਜਦੋਂ ਵੇਖਦੇ ਹਾਂ ਉਹ ਆਪਸ ਦੇ ਵਿੱਚ ਫਿਰਕਾ ਪ੍ਰਸਤ ਹੋ ਕੇ ਕਹਿੰਦੇ ਉਹ ਫਲਾਣਾ ਫਿਰਕਾ ਚੰਗਾ, ਉਹ ਕਹਿੰਦਾ ਨਹੀਂ ਸਾਡਾ ਫਿਰਕਾ ਚੰਗਾ। ਅਤੇ ਜਿਹਨੂੰ ਆਪਣੇ ਵੱਲ ਘਟਾ ਕੇ ਵੇਖੀਏ
ਤੇ ਸੱਚ ਇਹ ਹੈ ਆਪਣੇ ਅੰਦਰ ਵੀ, ਭਾਵ ਸਿੱਖ ਪੰਥ ਦੇ ਅੰਦਰ ਵੀ ਹੁਣ ਸਾਡੀ ਮਾਨਸਿਕਤਾ ਐਸੀ ਹੋ ਗਈ, ਉਹ ਕਹਿੰਦਾ ਫਲਾਣੀ ਸੰਪਰਦਾ ਚੰਗੀ, ਉਹ ਕਹਿੰਦਾ ਨਹੀਂ ਉਹ ਮਾੜੀ, ਫਲਾਣੀ ਚੰਗੀ, ਤੁਸੀਂ ਉਹਦੇ 'ਚ ਸ਼ਾਮਲ ਹੋ ਜਾਓ। ਸੋ ਇਸ ਤਰ੍ਹਾਂ ਕਿਤੇ ਨਾ ਕਿਤੇ ਇਹ ਇਸ਼ਾਰਾ ਸਾਡੇ ਵੱਲ ਵੀ, ਪਰ ਵਿਆਖਿਆ ਜਿਹੜੀ ਹੈ ਬਹੁਤਾਂਤ ਅੰਦਰ ਭਾਈ ਸਾਹਿਬ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ ਕਿ ਕਲਯੁੱਗ ਦੇ ਵਿੱਚ ਇਹ ਸਾਰੇ ਰੌਲੇ ਜਿਹੜੇ ਸਨ, ਮਤ ਮਤਾਂਤਰਾਂ ਦੇ ਵੱਡੇ ਰੌਲੇ ਪੈ ਗਏ। ਇਸੇ ਲਈ ਜਿੰਦਰੇ ਹੀ ਜਿਹੜੇ ਸਨ ਉਹ ਤਿੰਨਾਂ ਯੁੱਗਾਂ ਨੂੰ ਵੱਜੇ ਰਹੇ। ਭੇਦ ਦਾ ਖਜ਼ਾਨਾ ਜਿਹੜਾ ਸੀ, ਰਹੱਸ ਦਾ, ਰਮਜ਼ ਦਾ ਖਜ਼ਾਨਾ ਜਿਹੜਾ ਸੀ ਉਹ ਬੰਦ ਹੋ ਗਿਆ। ਸੋ ਅਖੀਰਲੀ ਸਤਰ ਦੇ ਵਿੱਚ ਭਾਈ ਸਾਹਿਬ ਜੀ ਨੇ ਇਹੀ ਸਮਝਾਇਆ, ਜਦੋਂ ਕਿਹਾ ਆਪੋ ਆਪਣੇ ਮਤ ਸਭ ਗਾਵੈ, ਕਿ ਰਿਗਵੇਦ ਨੂੰ ਵਿਚਾਰ ਕੇ ਗੌਤਮ ਜਿਹੜਾ ਸੀ, ਜਾਂ ਪਿਛਲੀ ਜ਼ਿਕਰ ਜਿਹੜਾ ਕਰ ਰਹੇ ਨੇ, ਸੋ ਇਸ ਤਰ੍ਹਾਂ ਇਹਨਾਂ ਸਾਰਿਆਂ ਨੇ ਕੀ ਕੀਤਾ ਹੈ ਕਿ ਆਪੋ ਆਪਣੇ ਖਿਆਲ ਜਿਹੜੇ ਸੀ ਹਉਮੈ ਦੀ ਖਿੱਚ ਵਿੱਚ ਬੰਨ੍ਹ ਕੇ ਆਪੋ ਆਪਣੀਆਂ ਮਨੌਤਾਂ ਜਿਹੜੀਆਂ ਸੀ ਉਹਨਾਂ ਨੂੰ ਕਥਨ ਕੀਤਾ, ਆਪਣੇ ਵੱਲ ਦਾਅਵੇ ਕਰ ਦਿੱਤੇ ਸੱਚੇ ਹੋਣ ਦੇ ਕਿ ਮੈਂ ਸੱਚਾ ਹਾਂ। ਹਰ ਇੱਕ ਬੰਦੇ ਨੇ ਆਪਣਾ ਦਾਅਵਾ ਜਿਹੜਾ ਸੀ ਉਹ ਮੁੱਖ ਰੱਖਿਆ। ਸੋ ਇਸ ਤਰ੍ਹਾਂ ਦੇ ਖਿਆਲ ਜਿਹੜੇ ਸਾਨੂੰ ਸੰਸਾਰ 'ਤੇ ਪ੍ਰਚਲਿਤ ਹੋ ਗਏ। ਅੱਗੇ 9ਵੀਂ ਪੌੜੀ ਵਿੱਚ ਕਿਰਪਾ ਕਥਨ ਕਰਦੇ ਹਨ, ਗੌਤਮ ਤਪੇ ਵਿਚਾਰ ਕੇ ਰਿਗਵੇਦ ਕੀ ਕਥਾ ਸੁਣਾਈ। ਹੁਣ ਗੌਤਮ ਰਿਖੀ ਜਿਹੜਾ ਹੈ, ਭਾਵ ਗੌਤਮ ਨਾਮਾ ਤਪਾ ਜਿਹੜਾ ਹੈ, ਜਿਹਨੂੰ ਬਾਣੀ ਦੇ ਅੰਦਰ ਗੌਤਮ ਤਪਾ ਕਿਹਾ ਗਿਆ। ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। ਸੋ ਇਸ ਤਰ੍ਹਾਂ ਗੌਤਮ ਰਿਖੀ ਦੀ ਜਦੋਂ ਘਟਨਾ ਪੜ੍ਹਦੇ ਹਾਂ ਕਿ ਗੌਤਮ ਦੀ ਰਿਖੀ ਜਿਹੜੀ ਅਹਲਿਆ, ਉਹਨੂੰ ਦੇਖ ਕੇ ਇੰਦਰ ਜਿਹੜਾ ਉਹਦੇ 'ਤੇ ਲੁਭਾਇਮਾਨ ਹੋਇਆ, ਚੰਦਰਮਾ ਜਿਹੜਾ ਸੀ ਉਹ ਕੁੱਕੜ ਬਣ ਕੇ ਉਹਦੇ ਨਾਲ ਆਇਆ, ਉਹਨੇ ਆ ਕੇ ਅੱਧੀ ਰਾਤ ਬਾਂਗ ਦੇ ਦਿੱਤੀ, ਗੌਤਮ ਰਿਖੀ ਗੰਗਾ ਇਸ਼ਨਾਨ ਕਰਨ ਤੁਰ ਗਿਆ। ਸੋ ਇੱਧਰ ਇੰਦਰ ਜਿਹੜਾ ਸੀ ਉਹਨੇ ਅਹਿਲਿਆ ਦੇ ਨਾਲ ਆ ਕਰਕੇ ਆਪਣੀ ਵਾਸ਼ਨਾ ਜਿਹੜੀ ਸੀ ਉਹਨੂੰ ਭੋਗਿਆ। ਉੱਧਰ ਜਦੋਂ ਨਦੀ 'ਤੇ ਪਹੁੰਚਦਾ ਹੈ ਗੌਤਮ ਰਿਖੀ, ਉਹਨੇ ਦੱਸਿਆ ਵੀ ਹਾਲੇ ਤਾਂ ਸਮਾਂ ਹੀ ਨਹੀਂ ਹੋਇਆ, ਤੂੰ ਜਿਸ ਸਮੇਂ ਆਉਂਦਾ ਹੁੰਦਾ ਉਹ ਸਮਾਂ ਨਹੀਂ ਹੋਇਆ, ਤੂੰ ਪਹਿਲਾਂ ਆ ਗਿਆ, ਅੱਜ ਤੇਰਾ ਘਰ ਲੁੱਟਿਆ ਗਿਆ। ਸੋ ਜਦੋਂ ਉਹ ਵਾਪਸ ਆਉਂਦਾ ਹੈ, ਜੋ ਹਿੰਦੂ ਧਰਮ 'ਚ ਕਥਨ ਵਖਿਆਨ ਹੁੰਦੇ ਨੇ, ਉਹ ਵਾਪਸ ਆਇਆ, ਉਹਨੂੰ ਸਾਰਾ ਕੁਝ ਪਤਾ ਲੱਗਿਆ। ਉਹਨੇ ਆਪਣੀ ਧੋਤੀ ਚਾਦਰ ਜਿਹੜੀ ਸੀ ਗਿੱਲੀ ਗਮਛਾ, ਉਹਨੇ ਚੰਦਰਮਾ ਦੇ ਮਾਰਿਆ, ਜੋ ਕੁੱਕੜ ਬਣਿਆ ਸੀ ਉਹਦੇ ਦਾਗ ਪੈ ਗਿਆ। ਸੋ ਕਹਿਣ ਦਾ ਭਾਵ ਸਿਰਫ ਇੰਨਾ ਹੈ, ਉਸ ਘਟਨਾ ਨਾਲ ਬਹੁਤਾ ਤਾਲੁਕਾਤ ਨਹੀਂ। ਭਾਵ ਇਹ ਹੈ ਗੌਤਮ ਜਿਹੜਾ ਸੀ ਉਹ ਰਿਖੀ ਸੀ, ਉਹ ਤਪਾ ਸੀ, ਜਿਹਨੂੰ ਬਾਣੀ ਅੰਦਰ ਤਪੇ ਦੇ ਰੂਪ ਵਿੱਚ ਕਿਹਾ ਗਿਆ। ਸੋ ਗੌਤਮ ਤਪੇ ਵਿਚਾਰ ਕੇ, ਗੌਤਮ ਰਿਖੀ ਨੇ ਵਿਚਾਰ ਕੀਤਾ ਹੈ, ਬਹੁਤ ਚੰਗੀ ਤਰ੍ਹਾਂ ਸਾਰ ਤੱਤ ਜਿਹੜਾ ਸੀ ਉਹ ਕੱਢਿਆ। ਰਿਗਵੇਦ ਕੀ ਕਥਾ ਸੁਣਾਈ। ਗੌਤਮ ਰਿਖੀ ਨੇ ਰਿਗਵੇਦ ਜਿਹੜਾ ਸੀ ਨਾ, ਉਸ ਰਿਗਵੇਦ ਨੂੰ ਵਿਚਾਰਿਆ, ਫਿਰ ਉਹਦੀ ਕਥਾ ਜਿਹੜੀ ਸੀ ਉਹ ਆਪਣੇ ਭਗਤਾਂ ਦੇ ਵਿੱਚ, ਆਪਣੇ ਸਰੋਤਿਆਂ ਦੇ ਵਿੱਚ, ਉਹਨੂੰ ਮੰਨਣ ਮਨਾਉਣ ਵਾਲੇ ਜਿਹੜੇ ਸਨ ਉਹਨਾਂ ਦੇ ਵਿੱਚ ਸੁਣਾਉਣੀ ਕੀਤੀ। ਨਿਆਏ ਸ਼ਾਸਤਰ ਕੋ ਮੱਥ ਕਰ, ਸਭ ਵਿਦ ਕਰਤਾ ਹੱਥ ਜਣਾਈ। ਤੇ ਨਿਆਂ ਸ਼ਾਸਤਰ ਜਿਹੜਾ ਸੀਗਾ, ਪਿੱਛੇ ਸੰਖ ਸ਼ਾਸਤਰ ਦੀ ਗੱਲ ਆਈ, ਹੁਣ ਨਿਆਂ ਸ਼ਾਸਤਰ ਦੀ ਗੱਲ ਦੱਸਦੇ ਨੇ। ਗੌਤਮ ਤਪੇ ਨੇ ਇਸ ਰਿਗਵੇਦ ਨੂੰ ਵੀ ਵਿਚਾਰਿਆ, ਫਿਰ ਨਿਆਏ ਸ਼ਾਸਤਰ ਨੂੰ ਵੀ ਚੰਗੀ ਤਰ੍ਹਾਂ ਮਥਨ ਕਰਕੇ ਇਹ ਸਿਧਾਂਤ ਦਿੱਤਾ ਦੁਨੀਆ ਦੇ ਵਿੱਚ ਕਿ ਉਸ ਕਰਤੇ ਪਰਮਾਤਮਾ ਦੇ ਹੱਥ ਵਿੱਚ ਹੈ ਸਾਰਾ ਕੁਝ। ਸਭ ਵਿਦ ਕਰਤੇ ਹੱਥ ਜਣਾਈ, ਭਾਵ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਦੇ ਵਿੱਚ ਜਣਾਇਆ ਲੋਕਾਂ ਨੂੰ, ਭਾਵ ਕਿ ਗਿਆਨ ਦਿੱਤਾ ਕਿ ਆ ਸ੍ਰਿਸ਼ਟੀ ਦਾ ਜਿਤਨਾ ਪਸਾਰਾ ਹੈ, ਇੱਕ ਇੱਕ ਘਟਨਾਕ੍ਰਮ ਜਿਹੜਾ ਹੈ ਉਸ ਕਰਤਾ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਦੇ ਵਿੱਚ ਹੈ, ਜਿਹਨੂੰ ਆਪਾਂ ਆਮ ਸੰਸਾਰ 'ਚ ਕਹਿ ਦਿੰਦੇ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ, ਜਿਹਨੂੰ ਬਾਣੀ ਅੰਦਰ ਸਾਹਿਬ ਜੀ ਬਚਨ ਕਹਿੰਦੇ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਜਿਹਨੂੰ ਆਸਾ ਕੀ ਵਾਰ ਅੰਦਰ ਸਾਹਿਬ ਬਚਨ ਕਹਿੰਦੇ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਸੋ ਉੱਥੇ ਸਾਰਾ ਕੁਝ ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ। ਸੋ ਹਵਾ ਵੀ ਉਹਦੇ ਹੁਕਮ 'ਚ, ਦਰਿਆਵਾਂ ਦਾ ਵਹਿਣ ਉਹਦੇ ਹੁਕਮ ਵਿੱਚ, ਅੱਗ ਦਾ ਸਾਰਾ ਕੀਤਾ ਹੋਇਆ ਕਾਰਜ ਜਿਹੜਾ ਹੈ ਧਰਤੀ 'ਤੇ ਉਹ ਉਹਦੇ ਹੁਕਮ ਦੇ ਵਿੱਚ, ਸੂਰਜ ਦਾ ਚੜ੍ਹਨਾ ਉਹਦੇ ਹੁਕਮ ਵਿੱਚ, ਸੂਰਜ ਦਾ ਛਿਪਣਾ ਉਹਦੇ ਹੁਕਮ ਅੰਦਰ, ਸਾਰਾ ਬ੍ਰਹਿਮੰਡ ਉਹਦੇ ਹੁਕਮ ਅੰਦਰ। ਸੋ ਇਸੇ ਤਰ੍ਹਾਂ ਨਿਆਏ ਸ਼ਾਸਤਰ ਨੂੰ ਮਥਨ ਕਰਕੇ ਗੌਤਮ ਰਿਖੀ ਨੇ ਸੰਸਾਰ ਨੂੰ ਜਨਾਇਆ
ਕਿ ਸਾਰੀ ਸ੍ਰਿਸ਼ਟੀ ਦੀ ਹਲਚਲ ਜਿਹੜੀ ਉਹ ਕਰਤੇ ਦੇ ਹੱਥ ਵਿੱਚ ਹੈ। ਸਭ ਕਛ ਕਰਤੇ ਵਸ ਹੈ, ਹੋਰ ਬਾਤ ਵਿੱਚ ਚੱਲੇ ਨਾ ਕਾਈ। ਇਹ ਸਾਰਾ ਕੁਝ ਜਿਹੜਾ ਹੈ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ ਹੈ। ਭਾਵ ਉਤਪੱਤੀ ਕਰਨੀ, ਪਾਲਣਾ ਕਰਨੀ, ਲੈਤਾ ਕਰਨੀ, ਸੰਘਾਰ ਕਰਨਾ, ਇਹ ਸਾਰਾ ਕੁਝ ਜਿਹੜਾ ਉਹਦੇ ਹੱਥ ਵਿੱਚ ਹੈ। ਹੋਰ ਕਿਸੇ ਦੀ ਕੋਈ ਗੱਲਬਾਤ ਜਿਹੜੀ ਹੋਰ ਬਾਤ ਵਿੱਚ ਚੱਲੇ ਨਾ ਕਾਈ, ਭਾਵ ਹੋਰ ਕਿਸੇ ਦੀ ਕੋਈ ਗੱਲਬਾਤ ਜਿਹੜੀ ਇਹਦੇ ਵਿੱਚ ਨਹੀਂ ਚੱਲਦੀ। ਉਹਦੇ ਸ੍ਰਿਸ਼ਟੀ ਦਾ ਜੋ ਪਸਾਰਾ ਹੈ ਉਹਦੇ ਵਿੱਚ ਕੋਈ ਦੂਸਰਾ ਮਨੁੱਖ ਜਿਹੜਾ ਹੈ ਉਹ ਦਖਲ ਅੰਦਾਜ਼ੀ ਨਹੀਂ ਕਰ ਸਕਦਾ। ਉਹਦੇ ਹੁਕਮ ਦੇ ਅੰਦਰ ਝੁਕਣਾ ਪੈਂਦਾ ਹੈ, ਪਰ ਉਹਦੇ ਹੁਕਮ ਦੇ ਵਿੱਚ ਅਸੀਂ ਅੜਿੱਕਾ ਨਹੀਂ ਕਦੀ ਬਣ ਸਕਦੇ। ਸੋ ਕਿਸੇ ਹੋਰ ਤਵਿਧੀ ਦੇ ਨਾਲ ਜਾਂ ਕਿਸੇ ਹੋਰ ਮਨੁੱਖ ਦੇ ਹੱਥ ਵਿੱਚ ਕੁਛ ਵੀ ਜਿਹੜਾ ਹੈ ਉਹ ਨਹੀਂ ਹੈ, ਅਤੇ ਨਾ ਉਹ ਪਰਮਾਤਮਾ ਦੀ ਖੇਡ ਦੇ ਵਿੱਚ ਕੋਈ ਮਨੁੱਖ ਆ ਕੇ ਆਪਣਾ ਕੁਛ ਕਰ ਸਕਦਾ ਹੈ। ਦੁਹੀ ਸਿਰੀ ਕਰਤਾਰ ਹੈ, ਆਪ ਨਿਆਰਾ ਕਰ ਦਿਖਲਾਈ। ਤੇ ਉਹ ਕਰਤਾਰ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹ ਦੁਹੀ ਸਿਰੀ ਹੈ। ਭਾਵ ਇਹ ਹੈ ਕਿ ਜੀਵ ਦੇ ਜਨਮ ਦੇ ਵਿੱਚ ਵੀ ਉਹ ਹੈ ਅਤੇ ਮਰਨ ਦੇ ਵਿੱਚ ਹੀ। ਸਾਡੇ ਦੋਨਾਂ ਸਿਰਿਆਂ 'ਤੇ ਜ਼ਿੰਦਗੀ ਦੇ ਉਹ ਖੜਾ ਹੈ। ਸ੍ਰਿਸ਼ਟੀ ਦੇ ਆਦਿ ਵਿੱਚ ਵੀ ਖੜਾ ਹੈ, ਅਤੇ ਦੂਜਾ ਸਿਰਾ ਕੀ ਹੈ, ਕਿਉਂਕਿ ਜਦੋਂ ਕੋਈ ਰੱਸੀ ਹੁੰਦੀ, ਕੋਈ ਧਾਗਾ, ਇੱਕ ਸਿਰਾ ਇੱਧਰ ਹੁੰਦਾ, ਇੱਕ ਦੂਜੇ ਪਾਸੇ। ਸੋ ਸ੍ਰਿਸ਼ਟੀ ਦੀ ਪ੍ਰਾਰੰਭਤਾ ਵਿੱਚ ਵੀ ਉਹ ਹੈ ਅਤੇ ਸ੍ਰਿਸ਼ਟੀ ਦੇ ਆਦਿ ਵਿੱਚ ਵੀ ਉਹ ਹੈ। ਸਾਡੇ ਜੀਵਨ ਦੀ ਪ੍ਰਾਰੰਭਤਾ ਵਿੱਚ ਅਤੇ ਸਾਡੇ ਜੀਵਨ ਦੇ ਅੰਤ ਵਿੱਚ ਹੈ। ਜਿਤਨਾ ਕੁਝ ਸ੍ਰਿਸ਼ਟੀ 'ਤੇ ਹੋ ਰਿਹਾ ਸਾਰਿਆਂ ਦੇ ਅੰਦਰ ਦੋਨਾਂ ਸਿਰਿਆਂ 'ਤੇ ਉਹ ਅਦ੍ਰਿਸ਼ ਰੂਪ ਦੇ ਵਿੱਚ ਹੈ। ਭਾਵ ਇਹ ਹੈ ਪਾਪ ਦੇ ਅਤੇ ਪੁੰਨ ਦੇ ਵਿੱਚ ਦੋਹਾਂ ਦੇ ਵਿੱਚ ਉਹ ਹੈ। ਪਰ ਭਾਈ ਸਾਹਿਬ ਜ਼ਿਕਰ ਕਰਦੇ ਨੇ ਕਿ ਨਿਆਰਾ ਆਪ ਨਿਆਰਾ ਕਰ ਦਿਖਲਾਈ ਹੈ। ਉਹ ਸਾਰਾ ਵਿੱਚ ਹੀ ਹੈ, ਪਰ ਆਪਣੇ ਆਪ ਨੂੰ ਨਿਆਰਾ ਕਰਕੇ ਰੱਖਦਾ ਹੈ, ਆਪਣੇ ਆਪ ਨੂੰ ਅਲੱਗ ਕਰਕੇ ਰੱਖਦਾ ਹੈ। ਕਰਤਾ ਕਿਨੈ ਨਾ ਦੇਖਿਆ, ਕੁਦਰਤ ਅੰਦਰ ਭਰਮ ਭੁਲਾਈ। ਉਹ ਕਰਤਾ ਅਦ੍ਰਿਸ਼ ਹੈ, ਉਹਨੂੰ ਵੇਖਿਆ ਨਹੀਂ ਅੱਜ ਤੱਕ ਕਿਸੇ ਨੇ, ਕਿਉਂਕਿ ਮਾਇਆ ਦੇ ਦੁਆਰਾ ਉਹਨੇ ਆ ਸਾਰਾ ਪਸਾਰਾ ਜਿਹੜਾ ਪਸਾਰ ਕੇ ਮਾਇਆ ਦੇ ਭਰਮ ਵਿੱਚ ਭੁਲਾ ਛੱਡਿਆ। ਸ੍ਰਿਸ਼ਟੀ ਨੂੰ ਭੁੱਲ ਗਏ ਹਾਂ ਸਾਰੇ। ਇਹ ਪਸਾਰਾ ਜਿਹੜਾ ਸਮਝ ਨਹੀਂ ਆਉਂਦਾ, ਭਰਮ ਬਣਿਆ ਪਿਆ। ਰੱਸੀ ਦੇ ਵਿੱਚ ਸੱਪ ਦਾ ਨਜ਼ਰ ਪੈਣਾ, ਬਸ ਇਹ ਭਰਮ ਬਣਿਆ ਪਿਆ ਇੱਕ। ਸੋ ਕਰਤੇ ਨੇ ਆਪਣੇ ਆਪ ਨੂੰ ਅਦ੍ਰਿਸ਼ ਕਰ ਲਿਆ ਅਤੇ ਸਾਰੀ ਸ੍ਰਿਸ਼ਟੀ ਜਿਹੜੀ ਉਹ ਮਾਇਆ ਦੇ ਭਰਮ ਵਿੱਚ ਲਾ ਕਰਕੇ ਭੁਲਾ ਦਿੱਤੀ ਹੈ, ਭਰਮਾ ਦਿੱਤੀ ਹੈ। ਸੋਹੰ ਬ੍ਰਹਮ ਛਪਾਏ ਕੈ, ਪੜਦਾ ਭਰਮ ਕਰਤਾਰ ਸੁਣਾਈ। ਸੋਹੰ ਬ੍ਰਹਮ, ਭਾਵ ਮੈਂ ਬ੍ਰਹਮ ਹਾਂ। ਇਹ ਜਿਹੜਾ ਮਹਾਵਾਕਿਆ ਪਿੱਛੇ ਵੀ ਸਰਵਣ ਕੀਤਾ, ਅਹੰ ਬ੍ਰਹਮਾਸਮੀ ਜਗਤ ਮਿਥਿਆ, ਕਿ ਮੈਂ ਬ੍ਰਹਮ ਹਾਂ। ਸੋ ਇਹ ਮਹਾਵਾਕ ਨੂੰ ਸੁਣ ਕਰਕੇ ਲੁਕਾ ਕੇ ਭਰਮ ਦੇ ਪਰਦੇ ਦੇ ਹੇਠ ਇਸ ਗੱਲ ਨੂੰ ਦਬਾ ਦਿੱਤਾ। ਸੋਹੰ ਬ੍ਰਹਮ ਛਪਾਏ ਕੈ, ਪੜਦਾ ਭਰਮ ਕਰਤਾਰ ਸੁਣਾਈ। ਸੋ ਇਸ ਤਰ੍ਹਾਂ ਕਰਤਾਰ ਦੀ ਗੱਲ ਜਿਹੜੀ ਸੀ ਉਹ ਗੌਤਮ ਨੇ ਇਸ ਪਰਦੇ ਦੇ ਵਿੱਚ ਸੁਣਾਈ। ਭਾਵ ਕਿ ਦੁਨੀਆ 'ਤੇ ਇੱਕ ਪਰਦਾ ਪਾ ਦਿੱਤਾ ਕਿ ਮੈਂ ਬ੍ਰਹਮ ਹਾਂ। ਇੱਕ ਤਾਂ ਜੀਵ ਦੇ ਅੰਦਰ ਪਰਦਾ ਪਾ ਦਿੱਤਾ, ਇੱਕ ਆਪਣੇ ਵੱਲ ਇਸ਼ਾਰਾ ਕਰਕੇ ਕਿਹਾ ਗੌਤਮ ਰਿਖੀ ਨੇ ਕਿ ਮੈਂ ਬ੍ਰਹਮ ਹਾਂ, ਤੁਸੀਂ ਮੇਰੇ ਨਾਲ ਜੁੜੋ, ਤੁਸੀਂ ਮੈਨੂੰ ਪੂਜੋ, ਤੁਸੀਂ ਮੈਨੂੰ ਗੁਰੂ ਧਾਰਨ ਕਰੋ। ਕਿਉਂ? ਕਿਉਂਕਿ ਮੈਂ ਬ੍ਰਹਮ ਸਰੂਪ ਹਾਂ। ਇਸ ਤਰ੍ਹਾਂ ਲੋਕਾਂ ਦੇ ਅੰਦਰ ਇਹ ਭਰਮ ਪਾ ਕੇ ਅਤੇ ਜਿਹੜਾ ਅਸਲ ਵਿੱਚ ਬ੍ਰਹਮ ਉਹ ਕਰਤਾਰ ਸੀ ਉਹਨੂੰ ਲੁਕੋ ਦਿੱਤਾ। ਪਰਦਾ ਲੋਕਾਂ ਦੀ ਮੱਤ 'ਤੇ ਪਾ ਦਿੱਤਾ, ਆਪਣੇ ਆਪ ਨੂੰ ਜਨਾ ਦਿੱਤਾ ਅਤੇ ਕਰਤਾਰ ਨੂੰ ਜਿਹੜਾ ਸੀ ਉਹਨੂੰ ਲੁਕਾ ਦਿੱਤਾ। ਇੰਝ ਗੌਤਮ ਰਿਖੀ ਨੇ ਸੰਸਾਰ ਨੂੰ ਸੁਣਾਉਣਾ ਕੀਤਾ। ਰਿਗ ਕਹੈ ਸੁਣ ਗੁਰਮੁਖ ਹੋ, ਆਪੇ ਆਪ ਨਾ ਦੂਜੀ ਰਾਈ। ਸੋ ਰਿਗ ਵੇਦ ਇਹ ਕਹਿੰਦਾ ਹੈ ਕਿ ਇਹ ਦੁਨੀਆ ਦੇ ਲੋਕੋ, ਉਹ ਪਰਮਾਤਮਾ ਆਪੇ ਆਪ ਹੈ। ਉਹਦੇ ਵਿੱਚ ਦਵੈਤ ਜਿੰਨੀ ਵੀ ਰਾਈ, ਜਿੰਨੀ ਵੀ ਕੋਈ ਦਵੈਤ ਨਹੀਂ ਹੈ। ਉਹ ਪਰਮਾਤਮਾ ਜਿਹੜਾ ਹੈ ਉਹਦੇ ਅੰਦਰ ਲੇਸ਼ ਮਾਤਰ ਵੀ ਕੋਈ ਰਾਗ, ਦਵੈਸ਼, ਈਰਖਾ ਕੁਛ ਵੀ ਨਹੀਂ ਹੈ। ਸੋ ਆਪੇ ਆਪ ਹੈ। ਉਹ ਸਾਰੇ ਪਸਾਰੇ ਦੇ ਅੰਦਰ ਆਪ ਹੈ, ਕਣ ਕਣ ਦੇ ਅੰਦਰ ਉਹ ਆਪ ਰਮਿਆ ਹੋਇਆ ਹੈ। ਪਰ ਅਖੀਰ ਭਾਈ ਸਾਹਿਬ ਕਹਿੰਦੇ ਸਤਿਗੁਰ ਬਿਨਾ ਨਾ ਸੋਝੀ ਪਾਈ। ਇਹ ਸਾਰੇ ਪਸਾਰੇ ਦੇ ਅੰਦਰ ਉਹ ਕਣ ਕਣ ਵਿੱਚ ਮੌਜੂਦ ਹੋਇਆ ਬੈਠਾ ਹੈ, ਪਰ ਪੂਰੇ ਗੁਰੂ ਤੋਂ ਬਿਨਾ ਇਹ ਸੋਝੀ ਜਿਹੜੀ ਹੈ ਉਹ ਕਿਸੇ ਨੂੰ ਨਹੀਂ ਆਉਂਦੀ। ਪੂਰਾ ਗੁਰੂ ਜਦੋਂ ਸਿਰ 'ਤੇ ਹੱਥ ਰੱਖਦਾ ਉਦੋਂ ਇਹ ਜਗਤ ਦੀ ਉਤਪੱਤੀ
ਜਗਤ ਦੇ ਕਣ ਕਣ ਅੰਦਰ ਰਮਿਆ ਬ੍ਰਹਮ ਪਰਮਾਤਮਾ ਜਿਹੜਾ ਉਹ ਨਜ਼ਰ ਹੀ ਪੈਂਦਾ ਹੈ। ਪੂਰੇ ਗੁਰੂ ਤੋਂ ਬਿਨਾਂ ਇਸ ਗੱਲ ਦਾ ਗਿਆਨ ਜਿਹੜਾ ਉਹ ਨਹੀਂ ਹੁੰਦਾ ਹੈ। ਸੋ ਇਸ 9ਵੀਂ ਪੌੜੀ ਅੰਦਰ ਭਾਈ ਸਾਹਿਬ ਜੀ ਜੋ ਸਿਧਾਂਤ ਪੇਸ਼ ਕਰਦੇ ਉਹ ਇਹ ਹੈ ਕਿ ਰਿਗਵੇਦ ਅਤੇ ਜੋ ਕੁਝ ਨਿਆਂ ਵਾਲੇ ਇਹ ਲੋਕ ਜਿਹੜੇ ਇੱਕ ਦੂਜੇ ਨੂੰ ਕਹਿੰਦੇ ਹਨ, ਉਹ ਭਾਈ ਸਾਹਿਬ ਨੇ ਦੱਸਿਆ, ਉਹਨਾਂ ਦਾ ਨਿਸ਼ਚਾ ਦੱਸਦੇ ਨੇ ਕਿ ਰਿਗਵੇਦ ਅਤੇ ਉਹਨੂੰ ਮੰਨਣ ਵਾਲੇ ਵਿਦਾਂਤ ਜਿਹੜਾ ਹੈ ਉਹ ਸਾਖੀ ਮੰਨਦੇ ਨੇ। ਗੌਤਮ ਰਿਖੀ ਨੇ ਇਸ ਭੇਦ ਨੂੰ ਵਿਚਾਰ ਕੇ ਉਲਟਾ ਕਰ ਦਿੱਤਾ। ਸੋ ਇਸ ਤਰ੍ਹਾਂ ਇਹੀ ਸਮਝਾਇਆ ਕਿ ਜੋ ਸੰਸਾਰ ਦੇ ਉੱਤੇ ਇਹ ਸਾਰੀ ਉਤਪੱਤੀ ਜਿਹੜੀ ਹੈ ਇਹਦੇ ਅੰਦਰ ਉਹ ਪਰਮਾਤਮਾ ਜਿਹੜਾ ਰਮਿਆ ਹੈ, ਪਰ ਪੂਰੇ ਗੁਰੂ ਤੋਂ ਬਿਨਾਂ ਸੋਝੀ ਸਮਝ ਜਿਹੜੀ ਉਹ ਨਹੀਂ ਆਉਂਦੀ ਹੈ। ਇਹ 10ਵੀਂ ਪੌੜੀ ਵਿੱਚ ਫਿਰ ਕਥਨ ਕਰਦੇ ਨੇ, ਫਿਰ ਜੈਮਨ ਰਿਖ ਬੋਲਿਆ ਜੁਜਰ ਵੇਦ ਮਥ ਕਥਾ ਸੁਣਾਵੈ। ਫਿਰ ਹੁਣ ਜਿਹੜਾ ਜੈਮਨ ਰਿਖੀ ਸੀ ਉਹ ਬੋਲਿਆ, ਉਹਨੇ ਆਪਣਾ ਜੁਜਰ ਵੇਦ ਜਿਹੜਾ ਸੀ, ਕਿਉਂਕਿ ਰਿਗਵੇਦ ਨੂੰ ਗੌਤਮ ਰਿਖੀ ਨੇ ਵਿਚਾਰਿਆ, ਹੁਣ ਜਿਹੜਾ ਜੈਮਨ ਰਿਖੀ ਸੀ ਉਹਨੇ ਜੁਜਰ ਵੇਦ ਨੂੰ ਕੀ ਕੀਤਾ, ਵੇਦ ਮਥ ਕਥਾ ਸੁਣਾਵੈ, ਉਹਨੇ ਜੁਜਰ ਵੇਦ ਦਾ ਮੰਥਨ ਕੀਤਾ, ਉਹਨੂੰ ਚੰਗੀ ਤਰ੍ਹਾਂ ਵਿਚਾਰਿਆ, ਫਿਰ ਆਪਣੇ ਭਗਤਾਂ ਆਪਣੇ ਸਰੋਤਿਆਂ ਦੇ ਵਿੱਚ ਸੰਗਤਾਂ ਦੇ ਵਿੱਚ ਕਥਾ ਸੁਣਾਈ। ਉਹਨੇ ਕੀ ਸਿਧਾਂਤ ਦਿੱਤਾ, ਕਿਉਂਕਿ ਭਾਈ ਸਾਹਿਬ ਦਾ ਕਹਿਣ ਦਾ ਭਾਵ ਵੀ ਯੁੱਗਾਂ ਦੇ ਵਿੱਚ ਜਿਹੜੇ ਰਿਖੀ ਹੋਏ 6 ਸ਼ਾਸਤਰ ਹੋਏ ਉਹਨਾਂ 'ਚ ਕੀ ਨਿਚੋੜ ਕੱਢ ਕੇ ਦਿੱਤਾ ਗਿਆ। ਹੁਣ ਜੈਮਨ ਰਿਖੀ ਲੋਕਾਂ ਨੂੰ ਉਪਦੇਸ਼ ਦਿੰਦਾ ਹੈ, ਕਰਮਾਂ ਉੱਤੇ ਨਿਬੜੈ ਦੇਹੀ ਮੱਧ ਕਰੇ ਸੋ ਪਾਵੈ, ਕਿ ਸਾਰੀ ਗੱਲ ਜਿਹੜੀ ਉਹ ਕਰਮਾਂ ਦੇ ਉੱਤੇ ਆ ਕੇ ਨਿਬੜੇਗੀ। ਇਸ ਦੇਹੀ ਦੇ ਅੰਦਰ ਇਸ ਸਰੀਰ ਦੇ ਅੰਦਰ ਜੋ ਕਰੇ ਸੋ ਪਾਵੈ, ਇਸ ਦੇਹੀ ਅੰਦਰ ਜੋ ਕਰਾਂਗੇ, ਇਹਨੂੰ ਸਭ ਬਾਣੀ ਅੰਦਰ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਦੇਹੀ ਮੱਧ ਕਰੇ ਸੋ ਪਾਵੈ। ਜਿਸ ਤਰ੍ਹਾਂ ਦਾ ਕੋਈ ਇਸ ਸਰੀਰ ਵਿੱਚ ਕਰੇਗਾ ਉਸ ਤਰ੍ਹਾਂ ਦਾ ਫਲ ਜਿਹੜਾ ਹੈ ਇਸ ਜਹਾਨੀ ਉਹ ਪ੍ਰਾਪਤ ਕਰੇਗਾ। ਥਾਪਸ ਕਰਮ ਸੰਸਾਰ ਵਿੱਚ ਕਰਮ ਵਾਸ ਕਰ ਆਵੈ ਜਾਵੈ, ਇਹ ਕਰਮਾਂ ਕਰਕੇ ਹੀ ਸੰਸਾਰ ਜਿਹੜਾ ਹੈ ਸਾਰਾ ਸੰਸਾਰ ਇਹਦੇ ਵਿੱਚ ਕਰਮ ਕਾਂਡ ਜਿਹੜੇ ਉਹ ਸਥਾਪਨ ਕੀਤੇ ਗਏ, ਕਿਉਂਕਿ ਜੈਮਨ ਰਿਖੀ ਨੇ ਸੰਸਾਰ ਦੇ ਲੋਕਾਂ ਨੂੰ ਕਰਮ ਕਾਂਡਾਂ ਨਾਲ ਜੋੜਿਆ ਵੀ ਤੁਸੀਂ ਧਰਮ ਦੇ ਕਰਮ ਕਰੋ ਜੀ, ਆਹ ਕਰਮ ਕਾਂਡ ਕਰੋ। ਸੋ ਬਹੁਤ ਜ਼ਿਆਦਾ ਉਹਨੇ ਲੋਕਾਂ ਨੂੰ ਕਰਮ ਕਾਂਡ ਦੇ ਵਿੱਚ ਗਰਸਿਆ। ਇਹ ਨਹੀਂ ਕਿਹਾ ਵੀ ਤੁਸੀਂ ਆਪਣੇ ਮੂਲ ਨੂੰ ਪਛਾਣੋ, ਆਪਣੇ ਸਰੂਪ ਦਾ ਧਿਆਨ ਕਰੋ, ਉਸ ਪਰਮਾਤਮਾ ਨੂੰ ਜਾਣੋ, ਨਹੀਂ ਤੁਸੀਂ ਕਰਮ ਕਾਂਡ ਕਰੋ, ਯੱਗ ਕਰੋ, ਤੀਰਥ ਯਾਤਰਾ ਕਰੋ, ਹਵਨ ਕਰੋ, ਦਾਨ ਪੁੰਨ ਕਰੋ, ਇਹਦੇ ਨਾਲ ਤੁਹਾਡਾ ਭਲਾ ਹੋ ਜਾਏਗਾ, ਇਹਦੇ ਨਾਲ ਤੁਹਾਨੂੰ ਸਵਰਗ ਮਿਲ ਜਾਣਗੇ। ਸੋ ਇਸ ਤਰ੍ਹਾਂ ਥਾਪਸ ਕਰਮ ਸੰਸਾਰ ਵਿੱਚ, ਸੰਸਾਰ 'ਚ ਕਰਮ ਸਥਾਪਨ ਕਰ ਦਿੱਤੇ। ਨਾਲ ਇਹ ਸਮਝਾਇਆ ਕਿ ਕਰਮ ਵਾਸ ਕਰ ਆਵੈ ਜਾਵੈ, ਕਿ ਮਨੁੱਖ ਜਿਹੜਾ ਉਹ ਕਰਮਾਂ ਦੇ ਵਸ ਪਿਆ ਹੋਇਆ ਹੀ ਸੰਸਾਰ 'ਤੇ ਆਉਂਦਾ ਤੇ ਜਾਂਦਾ ਹੈ। ਫਿਰ ਕਰਮ ਵਾਸ, ਕਰਮਾਂ ਦੇ ਵਿੱਚ ਜਿਸ ਤਰ੍ਹਾਂ ਦੀ ਵਾਸ਼ਨਾ ਹੁੰਦੀ ਹੈ ਸਾਡੇ, ਜਿਹਨੂੰ ਸਭ ਕਹਿੰਦੇ ਵਾਸ਼ਨਾ ਬੱਧਾ ਆਵੈ ਜਾਵੈ, ਕਰਮਾਂ ਦੇ ਵਿੱਚ ਜਿਸ ਤਰ੍ਹਾਂ ਦੀ ਵਾਸ਼ਨਾ ਹੁੰਦੀ ਹੈ ਉਸ ਤਰ੍ਹਾਂ ਦਾ ਹੀ ਮਨੁੱਖ ਸੰਸਾਰ ਤੋਂ ਤੁਰਨ ਲੱਗਿਆ ਜੋ ਵਾਸ਼ਨਾ ਲੈ ਕੇ ਮਰਦਾ ਹੈ, ਜਿਹਨੂੰ ਭਗਤ ਜੀ ਬਾਣੀ ਅੰਦਰ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਅਵਤਰੈ, ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਵੇਸਵਾ ਜੋਨ ਵੱਲ ਵੱਲ ਅਵਤਰੈ। ਸੋ ਇਸ ਤਰ੍ਹਾਂ ਅਖੀਰ ਜਾ ਕੇ ਭਗਤ ਜੀ ਨੇ ਜ਼ਿਕਰ ਕੀਤਾ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ ਪੀਤਾੰਬਰ ਵਾਕੇ ਹਿਰਦੈ ਬਸੈ। ਸੋ ਇਸ ਤਰ੍ਹਾਂ ਅੰਤ ਸਮੇਂ ਜੋ ਵਾਸ਼ਨਾ ਬਣਦੀ ਕਰਮ ਰੂਪ ਦੇ ਵਿੱਚ ਉਹਦੇ ਕਰਕੇ ਆਉਣਾ ਤੇ ਜਾਣਾ ਬਣਦਾ। ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰ ਭਰਮ ਭੁਲਾਵੈ, ਪਰ ਕਰਮਾਂ ਦੇ ਵਿੱਚ ਪੈ ਕਰਕੇ ਇਹ ਮਨ ਦਾ ਸੰਸਾ ਜਿਹੜਾ ਸੀ ਇਹ ਨਾ ਗਿਆ। ਸਿਰਫ ਕਰਮਾਂ ਦੇ ਵਿੱਚ ਮਨੁੱਖ ਪੈ ਗਿਆ ਵੀ ਮੈਂ ਚੰਗੇ ਕਰਮ ਕਰਦਾ ਮੈਂ ਤਾਂ ਸਵਰਗ ਜਾਵਾਂਗਾ, ਮੈਂ ਚੰਗੇ ਕਰਮ ਕਰਦਾ ਮੈਂ ਬੜਾ ਦਾਨਾ ਪੁਰਖ ਹਾਂ, ਮੈਂ ਬੜਾ ਭਲਾ ਪੁਰਖ ਹਾਂ, ਮੈਂ ਬਹੁਤ ਵੱਡਾ ਬ੍ਰਹਮ ਸਰੂਪ ਹੋ ਗਿਆ, ਮੈਂ ਤਾਂ ਪਰਮਾਤਮਾ ਨੂੰ ਜਾਣ ਚੁੱਕਾ। ਸੋ ਇਸ ਕਰਕੇ ਜਦੋਂ ਇਸ ਭਰਮ ਦੇ ਵਿੱਚ ਪੈ ਗਿਆ ਤਾਂ ਸਹਸਾ ਮਨਹੁ ਨ ਚੁਕਈ, ਜਿਹੜਾ ਅੰਦਰ ਸੰਸਾ ਬਣਿਆ ਹੋਇਆ ਸੀ ਕਿ ਮੇਰੇ ਤੇ ਪਰਮਾਤਮਾ ਦੇ ਅੰਦਰ ਕੋਈ ਫਰਕ ਹੈ ਜਾਂ ਨਹੀਂ, ਕਿ ਮੈਂ ਹੀ ਪਰਮਾਤਮਾ ਦਾ ਰੂਪ ਹਾਂ, ਕਿ ਉਹ ਮੇਰੇ ਅੰਦਰ ਸਮਾਇਆ ਹੈ ਜਾਂ ਨਹੀਂ, ਕਿ ਉਹ ਕਣ ਕਣ ਅੰਦਰ ਵਿਆਪਕ ਹੈ ਜਾਂ ਨਹੀਂ,
ਇਹ ਸੰਸਾ ਜਿਹੜਾ ਸੀ ਇਹ ਖਤਮ ਨਾ ਹੋ ਸਕਿਆ, ਉਲਟਾ ਭਰਮਾਂ ਦੇ ਅੰਦਰ ਪੈ ਕੇ ਜੇ ਥੋੜ੍ਹਾ ਬਹੁਤਾ ਕੋਈ ਗਿਆਨ ਸੀ ਉਹ ਭਰਮ ਵਿੱਚ ਪੈ ਕੇ ਉਹ ਹੋਰ ਜ਼ਿਆਦਾ ਜਿਹੜਾ ਸ੍ਰਿਸ਼ਟੀ 'ਚ ਭੁੱਲ ਗਿਆ। ਭਰਮ ਵਰਤਣ ਜਗਤ ਕੀ ਇੱਕੋ ਮਾਇਆ ਬ੍ਰਹਮ ਕਹਾਵੈ। ਸੋ ਮਨ ਦੇ ਵਿੱਚੋਂ ਸੰਸਾ ਤਾਂ ਨਾ ਗਿਆ, ਪਰ ਇਹ ਭਰਮ ਹੀ ਜਗਤ ਦਾ ਵਰਤਨ ਵਿਹਾਰ ਹੈ, ਕਿਉਂਕਿ ਸਾਰੇ ਸੰਸਾਰ ਦੇ ਵਿੱਚ ਮਾਇਆ ਹੀ ਚੱਲਦੀ ਹੈ, ਮਾਇਆ ਦਾ ਹੀ ਪਸਾਰਾ ਹੈ। ਮਾਇਆ ਬਹੁਤ ਕੁਝ ਹੈ ਪਰ ਸਾਰਾ ਕੁਝ ਨਹੀਂ ਹੈ। ਮਾਇਆ ਜੇ ਅਸੀਂ ਕਹਿ ਦਈਏ ਸਾਰਾ ਕੁਝ ਹੀ ਹੈ, ਇਹ ਵੀ ਗਲਤ ਹੈ, ਪਰ ਜੇ ਅਸੀਂ ਕਹੀਏ ਤਿਆਗੀ ਬਣ ਕੇ ਮਾਇਆ ਕੁਛ ਵੀ ਨਹੀਂ ਜੀ, ਨਹੀਂ, ਮਾਇਆ ਤੋਂ ਬਿਨਾਂ ਕੁਛ ਹੋ ਵੀ ਨਹੀਂ ਸਕਦਾ। ਸੋ ਇਸ ਤਰ੍ਹਾਂ ਭਰਮ ਵਰਤਨ ਸੰਸਾਰ ਕੀ, ਦੂਜਾ ਭਾਵ ਇਹ ਕਿ ਭਰਮ ਹੀ ਸਾਰੇ ਜਗਤ ਦਾ ਵਰਤਨ ਵਿਹਾਰ ਹੈ। ਜਿੰਨਾ ਵਿਵਹਾਰ ਸੰਸਾਰ 'ਚ ਹੋ ਰਿਹਾ ਸਾਰਾ ਭਰਮ ਦੇ ਵਿੱਚ ਹੋ ਰਿਹਾ। ਜਿਸ ਦਿਨ ਅੰਦਰ ਦਾ ਭਰਮ ਖਤਮ ਹੋ ਗਿਆ, ਇਹ ਵਿਵਹਾਰ ਜਿਹੜੇ ਉਹ ਖਤਮ ਹੋ ਜਾਣਗੇ, ਕਿਉਂਕਿ ਜਿਨ੍ਹਾਂ ਦੇ ਅੰਦਰੋਂ ਭਰਮ ਭੁਲੇਖੇ ਨਿਕਲ ਗਏ ਉਹਨਾਂ ਫਿਰ ਸੰਸਾਰ ਦੇ ਵਿਵਹਾਰ ਨਹੀਂ ਕੀਤੇ, ਉਹ ਚੌਂਕੜੇ ਮਾਰ ਕੇ ਬਹਿ ਗਏ। ਸੋ ਜਿੰਨਾ ਚਿਰ ਅੰਦਰ ਭਰਮ ਬਣਿਆ ਹੈ ਉਹਨਾਂ ਚਿਰ ਸੰਸਾਰ ਚੱਲਦਾ ਪਿਆ। ਸੋ ਮਾਇਆ ਤੇ ਬ੍ਰਹਮ ਜਿਹੜੇ ਨੇ ਇੱਕੋ ਮਾਇਆ ਬ੍ਰਹਮ ਕਹਾਵੈ। ਮਾਇਆ ਤੇ ਬ੍ਰਹਮ ਇਹ ਦੋਨੋਂ ਇੱਕ ਹੀ ਕਹਾਉਂਦੇ ਨੇ, ਭਾਵ ਅਲੱਗ-ਅਲੱਗ ਨਹੀਂ ਹਨ। ਮਾਇਆ ਦੇ ਵਿੱਚ ਹੀ ਬ੍ਰਹਮ ਟਿਕਿਆ ਤੇ ਬ੍ਰਹਮ ਦੇ ਵਿੱਚੋਂ ਹੀ ਮਾਇਆ ਪੈਦਾ ਹੋਈ ਹੈ। ਜਿਵੇਂ ਕਹਿ ਲਓ ਸਮੁੰਦਰ ਦੇ ਵਿੱਚੋਂ ਲਹਿਰ ਪੈਦਾ ਹੁੰਦੀ, ਪਾਣੀ 'ਚੋਂ ਲਹਿਰ ਪੈਦਾ ਹੁੰਦੀ, ਪਾਣੀ ਦੇ ਵਿੱਚ ਲਹਿਰ ਹੈ, ਲਹਿਰ ਦੇ ਵਿੱਚ ਪਾਣੀ ਹੈ, ਦੋਨੋਂ ਐਨ ਇਨ ਬਿਨ ਇੱਕ ਰੂਪ ਹਨ। ਸੋ ਇਸੇ ਤਰ੍ਹਾਂ ਇਹ ਨਿਆਰੇ ਨਹੀਂ ਹਨ। ਮਾਇਆ ਦੇ ਵਿੱਚ ਬ੍ਰਹਮ ਹੈ, ਬ੍ਰਹਮ ਦੇ ਵਿੱਚ ਮਾਇਆ ਹੈ। ਜੁਜਰ ਵੇਦ ਕੋ ਮਥਨ ਕਰ, ਤਤ ਬ੍ਰਹਮ ਵਿੱਚ ਭਰਮ ਮਿਲਾਵੈ। ਸੋ ਇਸ ਤਰ੍ਹਾਂ ਜੁਜਰ ਵੇਦ ਨੂੰ ਮਥਨ ਕਰਕੇ, ਘੋਟ ਕੇ, ਵਿਚਾਰ ਕੇ, ਬਹੁਤ ਨਿਰਣਾ ਕਰਕੇ ਧਰਮ ਕਰਮ ਦਾ ਭਰਮ ਜਿਹੜਾ ਸੀ ਉਹ ਭੁਲਾ ਦਿੱਤਾ। ਤਤ ਬ੍ਰਹਮ ਵਿੱਚ ਭਰਮ ਮਿਲਾਵੈ। ਸੋ ਇਸ ਤਰ੍ਹਾਂ ਜੀਵ ਦੇ ਅੰਦਰੋਂ ਭਰਮ ਜਿਹੜਾ ਸੀ ਉਹ ਖਤਮ ਕਰਕੇ ਉਸ ਬ੍ਰਹਮ ਦੇ ਅੰਦਰ ਜੀਵ ਨੂੰ ਮਿਲਾ ਦਿੱਤਾ। ਭਾਵ ਇਹ ਹੈ ਕਿ ਇਸ ਜੁਜਰ ਵੇਦ ਦੇ ਅੰਦਰ ਜੈਮਨ ਰਿਖੀ ਨੇ ਜੋ ਸਿਧਾਂਤ ਉਪਦੇਸ਼ ਸੰਸਾਰ ਨੂੰ ਦਿੱਤਾ ਹੈ ਉਹ ਇਹ ਹੈ ਕਿ ਤੂੰ ਕਰਮਾਂ ਦਾ ਬੱਧਾ ਹੋਇਆ ਜਿਹੜਾ ਆਉਂਦਾ ਜਾਂਦਾ ਹੈ। ਕਰਮ ਦਿਰੜਾਏ ਜਗਤ ਵਿੱਚ, ਕਰਮ ਬੰਧ ਕਰ ਆਵੈ ਜਾਵੈ। ਸੋ ਇਸ ਤਰ੍ਹਾਂ ਕਰਮ ਜਿਹੜੇ ਨੇ ਉਹ ਜਗਤ ਦੇ ਵਿੱਚ ਦ੍ਰਿੜ ਕਰਵਾਏ ਤੇ ਨਾਲ ਵਾਰ-ਵਾਰ ਮਨੁੱਖਾਂ ਨੂੰ ਸਮਝਾਇਆ ਕਿ ਤੁਸੀਂ ਭਲੇ ਕਰਮ ਕਰੋ, ਕਿਉਂਕਿ ਕਰਮਾਂ ਦਾ ਬੱਧਾ ਹੋਇਆ ਜੀਵ ਜਿਹੜਾ ਉਹ ਸੰਸਾਰ ਦੇ ਵਿੱਚ ਆਉਂਦਾ ਤੇ ਜਾਂਦਾ ਹੈ। ਹੁਣ ਅੱਗੇ ਭਾਈ ਸਾਹਿਬ ਅਖੀਰਲੀ ਪੰਕਤੀ 'ਚ ਫਿਰ ਇੱਕ ਨਿਚੋੜ ਕੱਢ ਕੇ ਦੱਸਦੇ, ਸਤਿਗੁਰ ਬਿਨਾ ਨਾ ਸਹਿਸਾ ਜਾਵੈ। ਪੂਰੇ ਗੁਰੂ ਤੋਂ ਬਿਨਾ ਇਹ ਸਹਿਸਾ, ਇਹ ਸ਼ੰਕਾ ਅੰਦਰੋਂ ਜਾਂਦਾ ਨਹੀਂ। ਬਹੁਤ ਸੁਧਾਰ ਕਰ ਦਿੱਤਾ ਜੈਮਨ ਰਿਖੀ ਨੇ ਵੀ ਤੁਸੀਂ ਭਲੇ ਕਰਮ ਕਰੋ, ਚੰਗੇ ਕਰਮ ਕਰੋ, ਕਿਉਂਕਿ ਕਰਮਾਂ ਦੇ ਵਸ ਪਿਆ ਜੀਵ ਜੋਨਾ ਭੋਗਦਾ, ਕਰਮਾਂ ਦੇ ਵਸ ਪਿਆ ਸੰਸਾਰ 'ਤੇ ਆਉਂਦਾ, ਕਰਮਾਂ ਦੇ ਵਸ ਪਿਆ ਸੰਸਾਰ 'ਤੇ ਆ ਕੇ ਦੁੱਖ ਅਤੇ ਸੁੱਖ ਨੂੰ ਭੋਗਦਾ ਹੈ। ਸੋ ਇਸ ਤਰ੍ਹਾਂ ਤੁਸੀਂ ਭਲੇ ਕਰਮ ਕਰੋ। ਕਰਮਾਂ ਦੇ ਵੱਲ ਜੋੜਿਆ, ਚਲੋ ਇੰਨਾ ਭਲਾ ਕਰਤਾ ਵੀ ਲੋਕਾਂ ਨੂੰ ਮਾੜੇ ਕੰਮਾਂ ਤੋਂ ਵਰਜ ਕੇ ਚੰਗੇ ਕੰਮਾਂ ਵੱਲ ਲਾ ਦਿੱਤਾ, ਪਰ ਇਹ ਨਹੀਂ ਸਮਝਾਇਆ ਕਿ ਤੂੰ ਕਰਮ ਕਰਦਿਆਂ ਨਿਹ ਕਰਮ ਹੋ, ਕਿਉਂਕਿ ਭਾਵੇਂ ਭਲੇ ਕਰਮ ਕਰੋ ਭਾਵੇਂ ਮੰਦੇ, ਫਲ ਲੈਣ ਤੇ ਸੰਸਾਰ 'ਤੇ ਆਉਣਾ ਪੈਣਾ। ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਕਰਮ ਕਰਤ ਹੋਵੈ ਨਿਹ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਜਿਹੜਾ ਕਰਮ ਕਰਦਿਆਂ ਹੋਇਆਂ ਨਿਹ ਕਰਮੀ ਹੋ ਜਾਏ, ਅੰਦਰ ਕੋਈ ਇੱਛਾ ਨਾ ਹੋਵੇ ਤੇ ਕਰਮ ਦਾ ਕਦੀ ਦਾਅਵਾ ਨਾ ਕਰੇ ਕਿ ਆਹ ਕਰਮ ਮੈਂ ਕੀਤਾ, ਭਾਵੇਂ ਬੜਾ ਭਲਾ ਪਰਉਪਕਾਰ ਦਾ ਦਾਨਿਆਂ ਦਾ ਕਰਮ ਕਰੇ, ਫਿਰ ਵੀ ਕਦੀ ਅੰਦਰ ਦਾਅਵਾ ਨਾ ਕਰੇ ਕਿ ਮੈਂ ਇਹ ਕਰਮ ਕੀਤਾ ਹੈ, ਸੋ ਛੁੱਟ ਜਾਏਗਾ। ਜਿਹੜਾ ਚੰਗਾ ਕਰਮ ਕਰਕੇ ਦਾਅਵੇ ਕਰਦਾ ਉਹਨੂੰ ਬਾਣੀ ਅੰਦਰ ਬਚਨ ਪੜ੍ਹਦੇ ਹੋ, ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਕ। ਸੋ ਇਸ ਤਰ੍ਹਾਂ ਜਿਹੜੇ ਦਾਅਵਿਆਂ ਦੇ ਅੰਦਰ ਪੈਂਦੇ ਨੇ ਉਹ ਜ਼ਰੂਰ ਦੁੱਖਾਂ ਨੂੰ ਭੋਗਦੇ ਹਨ। ਸੋ ਜੈਮਨ ਰਿਖੀ ਨੇ ਸੰਸਾਰ ਨੂੰ ਭਲੇ ਕਰਮਾਂ ਵੱਲ ਤੇ ਪ੍ਰੇਰ ਦਿੱਤਾ, ਪਰ ਇਹ ਨਹੀਂ ਸਮਝਾਇਆ ਕਿ ਤੁਸੀਂ ਕਰਮਾਂ ਤੋਂ ਉਤਾਂ ਉੱਠੋ, ਆਪਣੇ ਆਪ ਨੂੰ ਪਹਿਚਾਨੋ, ਪੂਰੇ ਗੁਰੂ ਦੀ ਸ਼ਰਨ ਜਾਓ। ਇਸ ਲਈ ਭਾਈ ਸਾਹਿਬ ਜੀ ਨੇ ਕਿਹਾ ਸਤਿਗੁਰ ਬਿਨਾ ਨਾ ਸਹਿਸਾ ਜਾਵੇ। ਪੂਰੇ ਗੁਰੂ ਤੋਂ ਬਿਨਾਂ ਸੰਸਾਰ ਦੇ ਵਿੱਚ ਇਹ ਸੰਸਾ ਜਿਹੜਾ ਸੀ ਇਹ ਨਹੀਂ ਜਾਂਦਾ, ਕਿਉਂਕਿ ਵਿਚਲੀਆਂ ਪੰਕਤੀਆਂ 'ਚ ਕਿਹਾ ਸੀ ਸਹਿਸਾ ਮਨੋਂ ਨਾ ਚੁੱਕਈ। ਲੋਕਾਂ ਦੇ ਮਨਾਂ ਵਿੱਚੋਂ ਸੰਸਾ ਨਹੀਂ ਸੀ ਖਤਮ ਹੋ ਰਿਹਾ, ਬਾਕੀ ਬਹੁਤ ਕੁਝ ਸਿੱਖ ਗਏ ਸੀ ਲੋਕ, ਅਤੇ ਸੰਸਾ ਖਤਮ ਕਿਵੇਂ ਹੁੰਦਾ? ਗੁਰੂ ਦੇ ਦੁਆਰਾ। ਕਿਉਂਕਿ ਇੱਕ
ਰਾਤ ਦੇ ਹਨੇਰੇ ਵਿੱਚ ਤੁਸੀਂ ਕੋਈ ਦੀਵਾ ਬਾਲ ਕੇ ਥੋੜ੍ਹਾ ਬਹੁਤਾ ਚਾਨਣ ਕਰ ਸਕਦੇ ਹੋ। ਰਾਤ ਦੇ ਹਨੇਰੇ ਵਿੱਚ ਹੱਥ 'ਤੇ ਦੀਵਾ ਰੱਖ ਕੇ ਤੁਸੀਂ 1-1.5 ਫੁੱਟ ਅੱਗੇ ਰਾਹ ਦੇਖ ਸਕਦੇ ਹੋ। ਪਰ ਜੇ ਤੁਸੀਂ ਕਹੋ ਸਾਰੇ ਸ਼ਹਿਰ ਵਿੱਚ ਦੀਵਾ ਬਾਲ ਕੇ ਚਾਨਣ ਕਰਨਾ, ਨਹੀਂ ਹੋਏਗਾ। ਜੇ ਤੁਸੀਂ 4 ਲਾਈਟਾਂ ਵੀ ਜਗਾ ਦਿਓਗੇ, ਚਲੋ ਸੜਕਾਂ 'ਤੇ ਚਾਨਣ, ਜੇ ਤੁਸੀਂ ਕਹੋ ਆਸਮਾਨ ਦੇ ਵਿੱਚ ਵੀ ਅਸੀਂ ਚਾਨਣ ਕਰਨਾ, ਅਸੀਂ 4 ਬਲਬ ਜਗਾ ਕੇ ਤਾਰਿਆਂ ਨੂੰ ਮੱਧਮ ਪਾ ਕੇ ਰੱਖ ਦੇਣਾ। ਸੋ ਇੰਨਾ ਵੱਡਾ ਪ੍ਰਕਾਸ਼ ਜਿਹੜਾ ਉਹ ਸੂਰਜ ਬਿਨਾਂ ਨਹੀਂ ਹੋ ਸਕਦਾ। ਸੋ ਇਸ ਤਰ੍ਹਾਂ ਲੋਕਾਂ ਦੇ ਅੰਦਰ ਜਿਹੜਾ ਗਿਆਨ, ਜੈਮਨ ਰਿਖੀ ਦੀਆਂ ਬਾਤਾਂ, ਉਹਦੇ ਕਥਨ ਕੀਤੇ ਹੋਏ ਸਿਧਾਂਤਾਂ ਦੇ ਨਾਲ, ਜਾਂ ਇੰਝ ਕਹਿ ਲਓ ਉਹਨੇ ਯੁਜੁਰਵੇਦ ਨੂੰ ਮੱਥਨ ਕਰਕੇ ਜੋ ਦੱਸਿਆ, ਕੁਛ ਗਿਆਨ ਤੇ ਲੋਕਾਂ ਦੇ ਅੰਦਰ ਆ ਗਿਆ। ਪਰ ਜਿਹੜੀ ਪੂਰੀ ਤੌਰ 'ਤੇ ਅਗਿਆਨਤਾ ਦਾ ਜੋ ਹਨੇਰਾ ਸੀ, ਉਹਨੂੰ ਖਤਮ ਕਰਨ ਵਾਸਤੇ ਉਹ ਕਾਮਯਾਬ ਨਾ ਹੋ ਸਕਿਆ। ਹੁਣ ਉਹ ਅਗਿਆਨਤਾ ਦਾ ਪੂਰਾ ਹਨੇਰਾ ਕਿਵੇਂ ਖਤਮ ਹੋਣਾ ਸੀ? ਉਹ ਜਦੋਂ ਗੁਰੂ ਰੂਪ ਸੂਰਜ ਜ਼ਿੰਦਗੀ 'ਚ ਚੜ੍ਹਦਾ, ਉਦੋਂ ਖਤਮ ਹੁੰਦਾ। ਤਾਂ ਭਾਈ ਸਾਹਿਬ ਕਹਿੰਦੇ ਸਤਿਗੁਰੂ ਤੋਂ ਬਿਨਾਂ ਇਹ ਸਹਸਾ, ਇਹ ਸ਼ੰਕਾ, ਇਹ ਭਰਮ ਜਿਹੜਾ ਉਹ ਨਹੀਂ ਜਾਂਦਾ। ਸੋ ਇਸ ਤਰ੍ਹਾਂ ਇਸ ਪੌੜੀ ਦੇ ਸਿਧਾਂਤ ਜੋ ਭਾਈ ਸਾਹਿਬ ਕਥਨ ਕਰਦੇ, ਮੀਮਾਂਸਾ ਸ਼ਾਸਤਰ ਦਾ ਆਚਾਰੀਆ ਜਿਹੜਾ ਜੈਮਨ ਰਿਖੀ ਹੈ, ਉਹਨੇ ਕਰਮਾਂ ਦਾ ਉਪਦੇਸ਼ ਕਰਕੇ ਲੋਕਾਂ ਨੂੰ ਕਰਮਾਂ ਦੀ ਬੇੜੀ ਵਿੱਚ ਬੰਨ੍ਹ ਛੱਡਿਆ। ਕਰਮਾਂ ਦਾ ਉਪਦੇਸ਼ ਕਰਤਾ। ਕਰਮਾਂ ਦੀ ਬੇੜੀ, ਇੱਥੇ ਉਹ ਬੇੜੀ ਨਹੀਂ ਜਿਹੜੀ ਨਦੀ 'ਤੇ ਤੈਲਦੀ, ਬੇੜੀ ਦਾ ਅਰਥ ਹੈ ਜਿਹੜੇ ਬੰਧਨ ਹੁੰਦੇ ਨੇ, ਜਿਹੜੇ ਪੈਰਾਂ 'ਚ ਬੇੜੀਆਂ ਪੈਂਦੀਆਂ। ਸੋ ਜੈਮਨ ਰਿਖੀ ਨੇ ਲੋਕਾਂ ਨੂੰ ਕਰਮਾਂ ਦੀਆਂ ਬੇੜੀਆਂ ਵਿੱਚ ਬੰਨ੍ਹ ਦਿੱਤਾ ਕਿ ਜਿਸ ਨੂੰ ਸਵਰਗ ਦੀ ਇੱਛਾ ਹੈ ਉਹ ਯੱਗ ਕਰੇ, ਉਹ ਬਹੁਤ ਚੰਗੇ ਚੰਗੇ ਕਰਮ ਕਰੇ, ਉਹ ਦਾਨ ਪੁੰਨ ਕਰੇ, ਪਰ ਕਰਮਾਂ ਦੇ ਬੰਧਨ ਨੂੰ ਉਹਨਾਂ ਦੇ ਨਾ ਤੋੜੇ, ਉਲਟਾ ਬੰਨਿਆ ਉਹਨਾਂ ਨੂੰ। ਸੋ ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਕਿਹਾ, ਬਿਨਾਂ ਸਤਿਗੁਰੂ ਤੋਂ ਇਹ ਸੰਸੇ, ਇਹ ਦੁਰਬੁੱਧੀ ਜਿਹੜੀ ਹੈ, ਇਹ ਕਦੀ ਸੰਸ਼ਿਆਂ ਵਾਲੀ ਬੁੱਧੀ ਜਿਹੜੀ ਇਹ ਦੂਰ ਨਹੀਂ ਹੁੰਦੀ ਹੈ। ਸੋ ਇਸ ਤਰ੍ਹਾਂ ਪਹਿਲੀ ਵਾਰ ਦੀਆਂ 10 ਪੌੜੀਆਂ ਜਿਹੜੀਆਂ ਨੇ ਉਹ ਆਪਾਂ ਸਰਵਣ ਕੀਤੀਆਂ ਨੇ। ਸੋ ਭੁੱਲਾਂ ਦੀ ਖਿਮਾ, ਭਾਈ ਸਾਹਿਬ ਨੇ ਇਹਨਾਂ 10 ਪੌੜੀਆਂ ਦੇ ਵਿੱਚ, ਇਹ ਪਿਛਲੀਆਂ ਚੱਲਦੀਆਂ ਕੁਝ ਪੌੜੀਆਂ ਦੇ ਵਿੱਚ ਯੁੱਗਾਂ ਦੀ ਬਾਬਤ ਅਤੇ 6 ਸ਼ਾਸਤਰਾਂ ਦੀ ਬਾਬਤ ਅਤੇ 4 ਵੇਦਾਂ ਦੀ ਬਾਬਤ ਜੋ ਪ੍ਰਚਲਿਤ ਖਿਆਲ ਸਨ ਉਹਨਾਂ ਦਾ ਜ਼ਿਕਰ ਕੀਤਾ ਹੈ। ਅਗਾਂਹ ਚੱਲ ਕੇ ਭਾਈ ਸਾਹਿਬ ਜੀ ਜੋ ਗੁਰਮਤਿ ਦੀ ਫਿਲਾਸਫੀ ਹੈ ਉਹ ਸਾਂਝੀ ਕਰਨਗੇ। ਸੋ 10 ਪੌੜੀਆਂ ਇੱਥੇ ਸੰਪੂਰਨ ਹੋਈਆਂ ਨੇ। ਭੁੱਲਾਂ ਦੀ ਖਿਮਾ, ਸਹਿਬ ਸਮਤ ਦੀ ਦਾਤ ਬਖਸ਼, ਨਿਵਾਜਨਾ ਕਰਮ, ਕਰਮ ਦਿਰੜਾਏ ਜਗਤ ਵਿੱਚ, ਕਰਮ ਬੰਧ ਕਰ ਆਵੈ ਜਾਵੈ, ਸਤਿਗੁਰ ਬਿਨਾ ਨਾ ਸਹਸਾ ਜਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।